ਸਤਿ ਸ਼੍ਰੀ ਅਕਾਲ। ਪੰਜਾਬ ਮੇਲ USA TV ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਪੰਜਾਬ ਚਰਚਾ 'ਚ। ਮੈਂ ਹਾਂ ਕਮਲਪ੍ਰੀਤ ਸਿੰਘ। ਤੇ ਦੋਸਤੋ, ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਦੇਸ਼ ਨੂੰ ਅਗਰ ਚਲਾਣਾ ਤੇ ਉਹਦੀ ਰਾਜਨੀਤੀ ਤੇ ਉਹਦੀ ਆਰਥਿਕਤਾ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਜਿਵੇਂ ਕਹਿ ਲਓ ਕਿ ਇੱਕ ਗੱਡੀ ਦੇ ਦੋ ਪਹੀਏ ਨੇ ਔਰ ਰਾਜਨੀਤਿਕ ਲੋਕਾਂ ਦਾ ਹਮੇਸ਼ਾ ਇਹ ਫਰਜ਼ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਉਹ ਕਿਸ ਤਰੀਕੇ ਦੇ ਨਾਲ ਅੱਗੇ ਵੱਲ ਨੂੰ ਲੈ ਕੇ ਜਾਂਦਾ ਹੈ। ਸੋ ਅੱਜ ਅਸੀਂ ਗੱਲ ਕਰਨੀ ਹੈ ਇਸ ਗੱਡੀ ਦੇ ਦੂਸਰੇ ਬਹੁਤ ਹੀ ਅਹਿਮ ਪਹੀਏ ਆਰਥਿਕਤਾ ਦੀ, ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਆਮ ਲੋਕ ਜਿਹੜੇ ਨੇ ਉਹ ਦਿਨੋਂ ਦਿਨ ਮਹਿੰਗਾਈ ਦੇ ਬੋਝ ਦੇ ਥੱਲੇ ਦੱਬੇ ਜਾ ਰਹੇ ਨੇ ਔਰ ਉਹਨਾਂ ਨੂੰ ਬਚਾਉਣ ਦੇ ਲਈ ਰਾਜਨੀਤਿਕ ਲੋਕਾਂ ਵੱਲੋਂ ਜਿੰਨੇ ਕੁ ਕੰਮ ਕੀਤੇ ਜਾ ਰਹੇ ਨੇ ਉਹ ਪੂਰੇ ਨਹੀਂ ਪੈ ਰਹੇ। ਆਖਿਰਕਾਰ ਇਹ ਮਹਿੰਗਾਈ ਦਾ ਜਿਹੜਾ ਰਾਖਸ਼ ਹੈ ਇਹ ਦਿਨ ਬ ਦਿਨ ਲੋਕਾਂ ਨੂੰ ਆਪਣੀ ਦਬੋਚ ਦੇ ਵਿੱਚ ਲੈ ਰਿਹਾ ਹੈ। ਇਹਦੇ ਕੀ ਕਾਰਨ ਨੇ, ਇਹਨਾਂ ਕਾਰਨਾਂ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇਸ ਲਈ ਅੱਜ ਅਸੀਂ ਆਪਣੇ ਸਟੂਡੀਓ ਵਿੱਚ ਸਕਾਈਪ ਦੇ ਜ਼ਰੀਏ ਆਪਣੇ ਗੈਸਟ ਨੂੰ ਬੁਲਾਇਆ ਹੈ, ਜਿਹੜੇ ਕਿ ਹਮੇਸ਼ਾ ਸਾਡੀ ਇਸ ਮਾਮਲੇ ਦੇ ਵਿੱਚ ਮਦਦ ਕਰਦੇ ਨੇ, ਸਾਨੂੰ ਜਾਣਕਾਰੀ ਦਿੰਦੇ ਨੇ। ਸਾਡੇ ਨਾਲ ਅੱਜ ਮੌਜੂਦ ਹੋਣਗੇ ਡਾਕਟਰ ਰਾਜੀਵ ਖੋਸਲਾ ਜੀ, ਜਿਹੜੇ ਕਿ ਐਸੋਸੀਏਟ ਪ੍ਰੋਫੈਸਰ ਨੇ DAV ਇੰਸਟੀਚਿਊਟ ਆਫ ਮੈਨੇਜਮੈਂਟ ਚੰਡੀਗੜ੍ਹ ਦੇ ਵਿੱਚ। ਆਓ ਫਿਰ ਇਹਨਾਂ ਦਾ ਸਵਾਗਤ ਕਰਦੇ ਹਾਂ ਤੇ ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਮਿਹਰਬਾਨੀ ਜੀ, ਬਹੁਤ-ਬਹੁਤ ਕਮਲਪ੍ਰੀਤ ਜੀ। ਡਾਕਟਰ ਸਾਹਿਬ, ਜਿਵੇਂ ਕਿ ਮੈਂ ਗੱਲ ਸ਼ੁਰੂ ਕੀਤੀ ਕਿ ਜਿਹੜੀ ਇਹ ਗੱਡੀ ਚੱਲਦੀ ਹੈ ਸਾਡੀ ਸਮਾਜ ਦੀ, ਉਹ ਆਰਥਿਕਤਾ ਦਾ ਇੱਕ ਪਹੀਆ ਜਿਹੜਾ ਕਿ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ ਔਰ ਇਹਦੇ ਆਧਾਰ 'ਤੇ ਹੀ ਸਾਡੀ ਜਿਹੜੀ ਸਮਾਜ ਦੀ ਦਸ਼ਾ ਹੈ ਉਹ ਸੁਧਰਦੀ ਹੈ, ਵਿਗੜਦੀ ਹੈ। ਅੱਜ ਆਪਾਂ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਔਰ ਇਸ ਗੱਡੀ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੈ ਪੈਟਰੋਲ ਤੇ ਡੀਜ਼ਲ। ਜਿੱਥੇ ਅਸੀਂ ਦੇਖ ਰਹੇ ਹਾਂ ਕਿ ਭਾਰਤ ਦੀ ਸਰਕਾਰ ਜਿਹੜੀ ਹੈ ਉਹ ਦਿਨ ਬ ਦਿਨ ਇਹਦੇ ਵਿੱਚ ਇਜ਼ਾਫਾ ਕਰਦੀ ਜਾ ਰਹੀ ਹੈ। ਹੁਣ ਪੈਟਰੋਲ ਤੇ ਡੀਜ਼ਲ ਇਹੋ ਜਿਹੀਆਂ ਚੀਜ਼ਾਂ ਨੇ ਜਿਹਦੇ ਨਾਲ ਹਰ ਚੀਜ਼ ਦੇ ਉੱਤੇ ਫਰਕ ਪੈਂਦਾ ਹੈ, ਹਰ ਚੀਜ਼ ਇਹਦੇ ਨਾਲ ਮਹਿੰਗੀ ਹੁੰਦੀ ਜਾ ਰਹੀ ਹੈ। ਆਖਿਰਕਾਰ ਸਰਕਾਰ ਨੂੰ ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਤਾਂ ਉਹ ਕਿਉਂ ਪੈਟਰੋਲ ਤੇ ਡੀਜ਼ਲ ਦੇ ਭਾਅ ਦਿਨ ਪ੍ਰਤੀ ਦਿਨ ਵਧਾਉਂਦੀ ਜਾ ਰਹੀ ਹੈ? ਦੇਖੋ ਜੀ, ਪੈਟਰੋਲ ਡੀਜ਼ਲ ਦੇ ਭਾਅ ਕੋਈ ਨਵੀਂ ਚੀਜ਼ ਨਹੀਂ ਹੈ ਵੀ ਅੱਜ ਵਧਾਉਣੇ ਸ਼ੁਰੂ ਕੀਤੇ ਹੈ। ਪੈਟਰੋਲ ਡੀਜ਼ਲ ਜੇ ਆਪਾਂ 3 ਮਹੀਨੇ ਜਿਹੜਾ ਇਲੈਕਸ਼ਨਾਂ ਦਾ ਵਕਫਾ ਸੀਗਾ, ਜੇ ਉਹਨੂੰ 2 ਮਹੀਨੇ 2.5 ਮਹੀਨਿਆਂ ਨੂੰ ਛੱਡ ਦਈਏ ਜੀ, ਤਾਂ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਜਿਹੜੇ ਪੈਟਰੋਲ ਡੀਜ਼ਲ ਦੇ ਰੇਟ ਨੇ ਉਹ ਲਗਾਤਾਰ ਵੱਧ ਰਹੇ। ਔਰ ਤੁਸੀਂ ਜਿਹੜਾ ਗੱਲ ਕੀਤੀ ਹੈ ਬਈ ਇਹ ਵੱਧ ਕਿਉਂ ਰਹੇ ਹੈ, ਸਰਕਾਰ ਨੇ ਇਹਨੂੰ ਜ਼ਰੀਆ ਬਣਾਇਆ ਹੋਇਆ ਜਿਹਦੇ ਨਾਲ ਮਾਲੀਆ ਇਕੱਠਾ ਕਰਦੀ ਹੈ ਸਰਕਾਰ। ਭਾਵੇਂ ਉਹ ਕੇਂਦਰ ਦੀ ਸਰਕਾਰ ਹੈ ਤੇ ਭਾਵੇਂ ਉਹ ਸੂਬਾਈ ਸਰਕਾਰਾਂ ਨੇ, ਦੋਨੋਂ ਰਲ ਕੇ ਡਟ ਕੇ ਇਹਦੇ ਉੱਤੇ ਟੈਕਸ ਲਾ ਕੇ ਪੈਸਾ ਇਕੱਠਾ ਕਰ ਰਹੀਆਂ ਨੇ। ਮੈਂ ਤੁਹਾਨੂੰ ਇੱਕ ਛੋਟੇ ਜਿਹੇ ਅੰਕੜੇ ਦੇ ਨਾਲ ਹੋਰ ਆਪਣੀ ਗੱਲ ਜਿਹੜੀ ਹੈ ਇਹਨੂੰ ਸਾਫ਼ ਕਰਨਾ ਵੀ ਸਰਕਾਰ ਨੇ 4.35 ਲੱਖ ਕਰੋੜ ਰੁਪਈਆ ਜਿਸ ਰੇਟ ਤੇ ਸਰਕਾਰ ਨੇ ਇਸ ਵੇਲੇ ਟੈਕਸ ਲਾਏ ਹੋਏ, ਸਰਕਾਰ 4.35 ਲੱਖ ਕਰੋੜ ਯਾਨੀ 4.5 ਲੱਖ ਕਰੋੜ ਦੇ ਲਾਗੇ ਪੈਸਾ ਇਕੱਠਾ ਕਰ ਰਹੀ ਹੈ ਪੈਟਰੋਲ ਡੀਜ਼ਲ ਤੋਂ। ਔਰ ਸਿਰਫ ਕੇਂਦਰ ਸਰਕਾਰ ਦੀ ਮੈਂ ਗੱਲ ਕਰ ਰਿਹਾ ਜੀ। ਕਿ ਬਜਟ ਦੇ ਵਿੱਚ ਸਰਕਾਰ ਨੇ ਜਿਹੜਾ ਇਹਦੇ ਤੇ ਅਨੁਮਾਨ ਲਾਇਆ ਸੀ ਉਹ ਲਗਾਇਆ ਸੀਗਾ ਤਕਰੀਬਨ 3.5 ਲੱਖ ਕਰੋੜ। ਤਾਂ ਸਰਕਾਰ ਜਿਹੜੀ ਹੈ 1.1 ਲੱਖ ਕਰੋੜ ਰੁਪਈਆ ਸਾਡੇ ਤੇ ਜ਼ਿਆਦਾ ਟੈਕਸ ਲਾ ਕੇ ਪੈਟਰੋਲ ਡੀਜ਼ਲ ਤੇ ਪੈਸਾ ਇਕੱਠਾ ਕਰ ਰਹੀ ਹੈ। ਤਾਂ ਪੈਟਰੋਲ ਡੀਜ਼ਲ ਇਹ ਚੀਜ਼ ਆਪਾਂ ਛੱਡ ਦਈਏ ਵੀ ਸਰਕਾਰਾਂ ਨੂੰ ਇਹਦੇ ਬਾਰੇ ਨਹੀਂ ਪਤਾ, ਸਰਕਾਰਾਂ ਚੰਗੇ ਤਰੀਕੇ ਨਾਲ ਜਾਗਰਤ ਨੇ, ਲੇਕਿਨ ਇਹਨੂੰ ਜ਼ਰੀਆ ਬਣਾਇਆ, ਸਭ ਤੋਂ ਸੌਖਾ ਜ਼ਰੀਆ ਬਣਾਇਆ ਹੋਇਆ ਜਿਹਦੇ ਨਾਲ ਸਰਕਾਰਾਂ ਇਹਦੇ ਚੋਂ ਮਾਲੀਆ ਇਕੱਠਾ ਕਰਦੀਆਂ। ਜੇ ਆਪਾਂ ਇਹਦਾ ਦੇਖੀਏ ਨਾ ਵੀ ਇਹਦਾ ਕੈਸਕੇਡਿੰਗ ਇਫੈਕਟਸ ਹੁੰਦੇ ਨੇ, ਇਹਨਾਂ ਦਾ ਜਿਹੜਾ ਇਫੈਕਟ ਹੋਣਾ ਹੈ ਇਸ ਦੇ ਨਾਲ ਉਹ 4 ਚੁਫੇਰੇ ਪੈਂਦਾ ਹੈਗਾ। ਉਹ ਕਾਰਨ ਕਿਉਂ 4 ਚੁਫੇਰੇ? ਕਿਉਂਕਿ ਜਿਹੜਾ ਡੀਜ਼ਲ ਹੈ, ਹੁਣ ਤਾਂ ਡੀਜ਼ਲ ਵੀ 100 ਰੁਪਈਏ ਦੇ ਉੱਤੇ ਪਹੁੰਚ ਗਿਆ ਜੀ। ਤਾਂ ਆਪਾਂ ਸ਼੍ਰੀ ਗੰਗਾ ਨਗਰ ਦਾ ਕੇਸ ਆਪਾਂ 2-3 ਦਿਨ ਪਹਿਲਾਂ ਦੇਖ ਲਿਆ ਵੀ 100 ਰੁਪਈਆ ਲੀਟਰ ਡੀਜ਼ਲ ਵੀ ਹੋ ਗਿਆ। ਤਾਂ ਦੇਖੋ ਇਹਦਾ ਅਲਟੀਮੇਟ ਇਫੈਕਟ ਕਿੱਥੇ ਹੋਣਾ? ਮਾਲ ਭਾੜੇ ਤੇ ਹੋਣਾ। ਡੀਜ਼ਲ ਦੀ ਗੱਡੀ ਤੋਂ ਜਿਹੜਾ ਸਮਾਨ ਆਉਣਾ, ਡੀਜ਼ਲ ਦਾ ਇੰਜਨ ਚੱਲ ਕੇ ਜਿਹੜੀ ਗੱਡੀ ਚੱਲਣੀ ਹੈ ਉਹਦੇ ਤੇ ਆਉਣਾ ਹੈ, ਜਿਹੜਾ ਟਰੱਕਾਂ ਦੇ ਉੱਤੇ ਪਹੁੰਚਣਾ ਸਮਾਨ ਉਹਦੇ ਤੇ, ਗੱਡੀਆਂ ਬੱਸਾਂ ਦੇ ਉੱਤੇ ਮਾਲ ਭਾੜਾ ਜਿਹੜਾ ਹੈ ਉਹਦੇ ਤੇ। ਤਾਂ ਉਹਦੀ 4 ਚੁਫੇਰੇ ਇਨਫਲੇਸ਼ਨ ਹੋਣੀ ਹੈ ਇਹਦੇ ਨਾਲ। ਆਲਰੇਡੀ ਅਸੀਂ ਦੇਖਿਆ ਵੀ ਤੇਲ ਦੇ ਰੇਟ ਵਧੇ ਹੈਗੇ ਨੇ, ਇੰਪੋਰਟਡ ਇਨਫਲੇਸ਼ਨ ਸਾਡੇ ਕੋਲ ਹੈ। ਤਾਂ ਡੀਜ਼ਲ ਜਿਹੜਾ ਡੀਜ਼ਲ ਔਰ ਪੈਟਰੋਲ ਇਹ ਤਾਂ ਪਹਿਲਾਂ ਤੋਂ ਆ ਰਹੀ ਹੈ। ਔਰ ਇਹਦੇ ਚ ਮੈਂ ਇੱਕ ਚੀਜ਼ ਹੋਰ ਵੀ ਐਡ ਕਰਦਾ ਵੀ ਸਰਕਾਰਾਂ ਜਿਹੜੀਆਂ, ਦੇਖੋ
ਕਿੱਡੀ ਮਤਲਬ ਵੀ ਗੱਲ ਅਨਸਿੰਪੈਥੀ ਹੈਗੀ ਹੈ ਸਾਡੀ ਸਰਕਾਰ ਦੀ ਲੋਕਾਂ ਦੇ ਨਾਲ। ਸਾਡੇ ਜੀ ਜਿਹੜੇ ਪੈਟਰੋਲੀਅਮ ਮਿਨਿਸਟਰ ਨੇ, ਉਹਨਾਂ ਨੇ, ਧਰਮਿੰਦਰ ਪ੍ਰਧਾਨ ਜੀ, ਉਹਨਾਂ ਨੇ ਕਿਹਾ, ਪਹਿਲੋਂ ਕਹਿੰਦੇ ਜੀ ਇਹ ਟਾਈਮ ਨਹੀਂ ਹੈਗਾ ਲੋਕਾਂ ਦਾ ਸਾਡੇ ਤੇ ਸਵਾਲ ਚੱਕਣ ਦਾ ਪੈਟਰੋਲ ਡੀਜ਼ਲ ਦੇ ਉੱਤੇ। ਹੂੰ ਤੁਸੀਂ ਦੱਸੋ ਵੀ ਜਦੋਂ $20 ਦੇ ਉੱਤੇ ਪਰ ਬੈਰਲ, ਇੱਕ ਬੈਰਲ 'ਚ 159 ਲੀਟਰ ਤੇਲ ਹੁੰਦਾ। ਮੈਂ ਆਪਣੇ ਜਿਹੜੇ ਲੋਕ ਨਵੇਂ ਜੁੜੇ ਆ ਆਪਣੇ ਨਾਲ, ਉਹਨਾਂ ਨੂੰ ਦੱਸ ਦਈਏ ਬਈ 1 ਬੈਰਲ ਦੇ ਵਿੱਚ 159 ਲੀਟਰ ਤੇਲ ਹੁੰਦਾ ਤਕਰੀਬਨ। ਉਦੋਂ ਜਦੋਂ ਅਪ੍ਰੈਲ ਦੇ ਵਿੱਚ ਸਾਰੇ ਪਾਸੇ ਆਰਥਿਕ ਗਤੀਵਿਧੀਆਂ ਖੜ ਗਈਆਂ ਸੀ, ਉਸ ਵੇਲੇ $20 ਤੱਕ ਆ ਗਿਆ ਸੀਗਾ ਬ੍ਰੈਂਟ ਜਿਹੜਾ ਕਰੂਡ ਹੈਗਾ। ਸਰਕਾਰ ਨੇ ਉਦੋਂ ਵੀ ਰੇਟ ਵਧਾ ਦਿੱਤੇ। ਉਦੋਂ ਵੀ ਸਹੀ ਮੌਕਾ ਨਹੀਂ ਸੀ। ਉਦੋਂ ਇਹ ਕਹਿ ਦਿੱਤਾ ਵੀ ਸਾਨੂੰ ਪੈਸਾ ਚਾਹੀਦਾ, ਉਦੋਂ ਵੀ ਲੋਕਾਂ ਦੇ ਉੱਤੇ ਰੇਟ ਵਧਾਏ, ਡਿਊਟੀਆਂ ਵਧਾਤੀਆਂ। ਹੁਣ ਜਿਹੜਾ ਹੈ, ਹੁਣ ਜਦੋਂ $70 ਪਰ ਬੈਰਲ ਆ ਗਿਆ, ਹੁਣ ਵੀ ਸਰਕਾਰ ਉਹੀ ਗੱਲ ਕਹਿੰਦੀ ਹੈ ਵੀ ਇਹ ਵੀ ਮੌਕਾ ਨਹੀਂ ਹੈ। ਤਾਂ ਇਹ ਤਾਂ ਦੱਸੋ ਵੀ ਸਾਨੂੰ ਮੌਕਾ ਕਦੋਂ ਹੈ ਸਰਕਾਰ ਨੂੰ, ਅਸੀਂ ਕਦੋਂ, ਕਿਹੜੇ ਵੇਲੇ ਕਿਹੜੀ ਗੱਲ ਪੁੱਛੀਏ। ਬਿਲਕੁਲ ਠੀਕ ਗੱਲ ਤੁਸੀਂ ਕਹਿ ਰਹੇ ਹੋ। ਯਾਨੀ ਕਿ ਸਰਕਾਰ ਪੈਟਰੋਲ ਡੀਜ਼ਲ ਨੂੰ ਇੱਕ ਐਸੇ ਹਥਿਆਰ ਦੇ ਵਜੋਂ ਇਸਤੇਮਾਲ ਕਰ ਰਹੀ ਹੈ ਜਿਹਦੇ ਨਾਲ ਇੱਕ ਤੀਰ ਦੇ ਨਾਲ ਕਹਿੰਦੇ ਨਾ ਕਿ ਵੀ ਦੋ ਨਿਸ਼ਾਨੇ, ਔਰ ਇੱਥੇ ਤੇ ਕਈ ਨਿਸ਼ਾਨੇ ਹੈ, ਕਿਉਂਕਿ ਜਿੱਦਾਂ ਹੀ ਡੀਜ਼ਲ ਦੇ ਰੇਟ ਵੱਧਦੇ ਨੇ ਤੇ ਹਰ ਚੀਜ਼ ਦੇ ਰੇਟ ਆਪਣੇ ਆਪ ਹੀ ਵਧਣੇ ਸ਼ੁਰੂ ਹੋ ਜਾਂਦੇ ਨੇ। ਅੱਛਾ ਡਾਕਟਰ ਸਾਹਿਬ, ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਆਖਿਰਕਾਰ ਜਦੋਂ ਇੱਕ ਆਪੋਜੀਸ਼ਨ ਦੀ ਸਰਕਾਰ ਹੁੰਦੀ ਹੈ ਤਾਂ ਉਹ ਕਹਿੰਦੀ ਹੈ, ਹਮੇਸ਼ਾ ਇਹ ਕਹਿੰਦੀ ਹੈ ਕਿ ਪੈਟਰੋਲ ਡੀਜ਼ਲ ਉਹਦੀ ਸਰਕਾਰ ਜਦੋਂ ਆਏਗੀ ਉਦੋਂ ਇਹਦਾ ਰੇਟ ਡਾਊਨ ਕਰ ਦਿੱਤਾ ਜਾਏਗਾ। ਲੇਕਿਨ ਜਦੋਂ ਫਿਰ ਉਹ ਪਾਵਰ ਦੇ ਵਿੱਚ ਆਉਂਦੀ ਹੈ, ਵਿਰੋਧੀ ਧਿਰ ਪਾਵਰ ਦੇ ਵਿੱਚ ਆਉਂਦੀ ਹੈ, ਤਾਂ ਫਿਰ ਉਹਨਾਂ ਦਾ ਵੀ ਇਹੀ ਮਨਸ਼ਾ ਹੁੰਦਾ ਕਿ ਵੱਧ ਤੋਂ ਵੱਧ ਪੈਟਰੋਲ ਡੀਜ਼ਲ ਨੂੰ ਵਧਾਇਆ ਜਾਏ। ਆਖਿਰਕਾਰ ਸਾਡੇ ਕੋਲੋਂ ਕੀ ਇਨਕਮ ਕਲੈਕਟ ਕਰਨ ਦਾ ਇੱਕੋ ਇੱਕ ਇਹੀ ਸੋਰਸ ਹੈ? ਬੜਾ ਸੋਹਣਾ ਸਵਾਲ ਹੁੰਦਾ। ਜਨਰਲੀ ਜਿਹੜੇ ਪ੍ਰੋਫੈਸਰ ਹੁੰਦੇ ਨੇ, ਜਦੋਂ ਸਵਾਲ ਦਾ ਜਵਾਬ ਨਾ ਆਉਂਦਾ ਹੋਏ ਤਦੋਂ ਇਹ ਜੋ ਕਹਿੰਦੇ ਹੁੰਦੇ ਵੀ ਬਹੁਤ ਸੋਹਣਾ ਸਵਾਲ ਹੈ, ਪਰ ਨਹੀਂ, ਮੈਨੂੰ ਇਸ ਦਾ ਸਵਾਲ ਦਾ ਜਵਾਬ ਆਉਂਦਾ ਹੈ ਜੀ। ਤੇ ਏਦਾਂ ਹੈ ਵੀ ਇਹ ਸਸਤਾ ਜ਼ਰੀਆ ਇਸ ਕਰਕੇ, ਜਾਂ ਸੌਖਾ ਜ਼ਰੀਆ ਇਸ ਕਰਕੇ ਸਰਕਾਰਾਂ ਨੇ ਬਣਾਇਆ ਹੋਇਆ, ਕਿਉਂਕਿ ਇਹਦੇ ਵਿੱਚ ਸੈਂਟਰ ਤੇ ਸੂਬਾਈ ਸਰਕਾਰਾਂ ਦੋਨੋਂ ਬਰਾਬਰ ਦੀਆਂ ਸ਼ਰੀਕ ਨੇ ਜੀ। ਮੈਂ ਹੋਰ ਇਹਨੂੰ ਥੋੜਾ ਜਿਹਾ ਡੀਪਲੀ ਦੱਸਦਾ ਜੀ। ਦੇਖੋ, ਜੀਐਸਟੀ ਦੇ ਵਿੱਚ ਤੇਲ ਕਿਉਂ ਨਹੀਂ ਆ ਸਕਦਾ? ਨਹੀਂ ਤਾਂ ਜੇ ਜੀਐਸਟੀ ਦੇ ਵਿੱਚ ਆ ਗਿਆ ਤੇਲ ਤੇ ਜਿਹੜਾ ਪੈਟਰੋਲ ਤੇ ਡੀਜ਼ਲ, ਜੇ ਜੀਐਸਟੀ ਦੇ ਵਿੱਚ ਆ ਜਾਏਗਾ, ਸਰਕਾਰਾਂ ਮਾਰੀਆਂ ਜਾਣਗੀਆਂ, ਦੋਨੋਂ ਸਰਕਾਰਾਂ ਮਾਰੀਆਂ ਜਾਣਗੀਆਂ, ਚਾਹੇ ਉਹ ਕੇਂਦਰ ਦੀ ਸਰਕਾਰ ਹੈ, ਸੂਬਾਈ ਸਰਕਾਰ ਹੈ। ਹੁਣ ਤਾਂ ਆਪਣੀ ਮਰਜ਼ੀ ਦੇ ਨਾਲ ਭਾਵੇਂ ਕੇਂਦਰ ਵਧਾ ਲੇ, ਭਾਵੇਂ ਸੂਬਾਈ ਸਰਕਾਰਾਂ ਵਧਾ ਦੇਣ। ਔਰ ਤੁਹਾਡੀ ਗੱਲ ਠੀਕ ਹੈ ਵੀ ਜਦੋਂ ਆਪੋਜੀਸ਼ਨ ਦੇ ਵਿੱਚ ਹੁੰਦੀ ਹੈ ਉਦੋਂ ਗੱਲ ਕੁਝ ਹੋਰ ਕਰਦੇ ਨੇ, ਜਦੋਂ ਪਾਵਰ 'ਚ ਆ ਜਾਂਦੇ ਉਦੋਂ ਗੱਲ ਕੁਝ ਹੋਰ ਹੁੰਦੀ ਹੈ। ਦੇਖੋ, ਇੱਕ ਚੀਜ਼ ਹੋਰ ਇਹਦੇ ਵਿੱਚ ਹੈ ਵੀ ਕਾਰਪੋਰੇਟ ਸੈਕਟਰ ਜਿਹੜਾ ਸੀਗਾ ਸਾਡਾ, ਉਹਨੇ ਹਜੇ ਸਾਨੂੰ ਪਤਾ ਵੀ ਸਪੋਰੈਡਿਕ ਲੋਕਡਾਊਨ ਸੀਗੇ, ਜ਼ਿਲ੍ਹਿਆਂ ਦੇ ਵਿੱਚ ਲੱਗੇ ਹੋਏ ਸੀ, ਕਿਸੇ ਜ਼ਿਲ੍ਹੇ 'ਚ ਲੱਗ ਗਿਆ, ਕਿਸੇ ਸੂਬੇ ਦੇ ਵਿੱਚ ਲੱਗ ਗਿਆ, ਤਾਂ ਇਹ ਸਪੋਰੈਡਿਕ ਸੀਗਾ, ਰੀਜਨ ਵਾਈਜ਼ ਲੋਕਡਾਊਨਸ ਲੱਗੇ ਹੋਏ ਸੀਗੇ। ਤਾਂ ਜਿਹੜੀਆਂ ਸਰਕਾਰਾਂ ਨੇ, ਉਹਨਾਂ ਨੂੰ ਪਤਾ ਸੀ ਵੀ ਬਾਕੀ ਪੱਖੋਂ ਦੀ ਪੈਸਾ ਉਹਨਾਂ ਕੋਲ ਨਹੀਂ ਆਣਾ। ਜਿਹੜੀਆਂ ਸਰਕਾਰਾਂ ਨੂੰ ਟੈਕਸ ਤੋਂ ਪੈਸਾ ਆਉਣਾ ਸੀ, ਟੈਕਸ ਤਾਂ ਉਦੋਂ ਲੱਗਣਾ ਜਦੋਂ ਆਰਥਿਕ ਗਤੀਵਿਧੀਆਂ ਹੋਣਗੀਆਂ। ਜਦੋਂ ਆਰਥਿਕ ਗਤੀਵਿਧੀਆਂ ਹੀ ਨਹੀਂ ਚੱਲ ਰਹੀਆਂ ਤਾਂ ਸਰਕਾਰਾਂ ਦੇ ਕੋਲ ਪੈਸਾ ਵੀ ਘੱਟ ਆਉਣਾ। ਤਾਂ ਸਰਕਾਰਾਂ ਨੇ ਇਸ ਕਰਕੇ ਤੇਲ ਨੂੰ ਇੱਕ ਜ਼ਰੀਆ ਬਣਾਇਆ। ਤੇਲ ਤਾਂ ਦੇਖੋ ਜੀ ਹਰ ਵੇਲੇ ਯੂਜ਼ ਹੋਣਾ, ਭਾਵੇਂ ਗਤੀਵਿਧੀਆਂ ਚੱਲ ਰਹੀਆਂ ਨਹੀਂ ਚੱਲ ਰਹੀਆਂ, ਕੋਈ ਬਿਮਾਰ ਹੈ ਤਾਂ ਵੀ ਬੱਸ ਗੱਡੀ ਜਾਣੀ ਹੈ, ਜੇ ਬੱਸਾਂ ਚੱਲਣੀਆਂ ਤਾਂ ਵੀ ਬੱਸ ਗੱਡੀ ਜਾਣੀ ਹੈ, ਤੁਸੀਂ ਕਿਤੇ ਸਮਾਨ ਲੈਣ ਜਾਣਾ 50% ਸਟਾਫ ਨੇ ਜਾਣਾ, ਵਟਐਵਰ ਇਟ ਇਜ਼, ਇਹ ਤਾਂ ਜਾਣਾ, ਇਹ ਤਾਂ ਹੋਣਾ ਹੀ ਹੋਣਾ। ਤੇਲ ਦੇ ਉੱਤੇ ਤਾਂ ਗੱਡੀਆਂ ਚੱਲਣੀਆਂ ਹੀ ਚੱਲਣੀਆਂ। ਇਸ ਕਰਕੇ ਸਰਕਾਰ ਨੇ ਬਾਕੀ ਚੀਜ਼ਾਂ ਤੋਂ ਪੈਸਾ ਜਿਹੜਾ, ਜਦੋਂ ਇਹਨਾਂ ਨੇ ਇਹ ਦੇਖਿਆ ਵੀ ਬਾਕੀ ਪਾਸਿਓਂ ਪੈਸਾ ਜਿਹੜਾ ਘੱਟ ਅਰਜਤ ਹੋ ਰਿਹਾ, ਤਾਂ ਉਹਨਾਂ ਨੇ ਤੇਲ ਡੀਜ਼ਲ ਦੇ ਉੱਤੇ ਝੰਮ ਲਾਣੀ ਸ਼ੁਰੂ ਕਰਤੀ ਲੋਕਾਂ ਦੀ। ਅੱਛਾ ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਪੈਟਰੋਲ ਤੇ ਡੀਜ਼ਲ ਦੇ ਭਾਅ ਇਸ ਤਰੀਕੇ ਨਾਲ ਵੱਧ ਰਹੇ ਨੇ, ਜਿੱਦਾਂ ਥਰਮਾਮੀਟਰ ਦੇ ਵਿੱਚ ਪੁਆਇੰਟ ਲੱਗਾ ਹੁੰਦਾ ਨਾ ਕਿ 98 ਤੋਂ ਜਦੋਂ ਸ਼ੁਰੂ ਹੋ ਜਾਂਦਾ ਤੇ ਜਾਂਦੇ ਜਾਂਦੇ ਹੁਣ 100 ਵੀ ਪਾਰ ਕਰ ਲਿਆ, 102, 103 ਕਈ ਰਾਜਾਂ ਦੇ ਵਿੱਚ ਪਹੁੰਚ ਚੁੱਕਾ ਹੈ। ਤਾਂ ਕੀ ਇਹ ਥਰਮਾਮੀਟਰ ਤੋੜ ਕੇ ਬਾਹਰ ਨਿਕਲ ਜਾਏਗਾ? ਆਉਣ ਵਾਲਾ ਭਵਿੱਖ ਕੀ ਲੱਗਦਾ ਹੈ ਤੁਹਾਨੂੰ? ਦੇਖੋ ਜੀ, ਜਦ ਤੱਕ ਕੋਈ ਚੋਣਾਂ ਨੇੜੇ ਨਹੀਂ ਆ ਜਾਂਦੀਆਂ ਤਦ ਤੱਕ ਤਾਂ ਇਹ ਏਦਾਂ ਹੀ ਚੱਲੇਗਾ, ਜਾਂ ਕੋਈ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੋਈ ਏਦਾਂ ਦੀ ਡਿਵੈਲਪਮੈਂਟ ਨਹੀਂ ਹੋ ਜਾਂਦੀ। ਮੈਂ ਥੋੜਾ ਜਿਹਾ ਤੁਹਾਨੂੰ ਹੋਰ ਇਹਦੇ ਬਾਰੇ ਤਫਸੀਲ ਦੇ ਵਿੱਚ ਦੱਸਦਾ ਬਈ ਸਾਡੀ ਇਕਨੋਮੀ ਜਿਹੜੀ ਹੈ ਇਹ ਪਿੱਛੇ ਹੈ, ਅਸੀਂ ਬਾਕੀ ਰਹਿ ਗਏ ਹਾਂ, ਅਸੀਂ ਪਿੱਛੇ ਰਹਿ ਗਏ ਹਾਂ ਕਿਉਂਕਿ ਵਰਲਡ ਓਵਰ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਗਈ ਹੈ। ਜਦੋਂ ਵਰਲਡ ਓਵਰ ਇਕਨੋਮਿਕ ਰਿਕਵਰੀ ਆਈ ਹੈ, ਹੁਣ ਇਹਦੇ ਤੇ ਮੈਨੂੰ ਪਤਾ ਵੀ ਤੁਸੀਂ ਮੈਨੂੰ ਇਹਦੇ ਤੇ ਨਹੀਂ ਬਖਸ਼ੋਗੇ, ਅਗਲਾ ਸਵਾਲ ਤੁਹਾਡਾ ਤਿਆਰ ਹੋਣਾ, ਪਰ ਚਲੋ ਫਿਰ ਵੀ
मैं अपना जी। पैर कुल्हाड़ी ते मारदा बई वर्ल्ड ओवर जिहड़ा है इकोनॉमिक जी। रिकवरी शुरू हो गई है। अमरीका की गल कर ली, असीं यूरोप की गल कर ली, कैनेडा की गल कर लीए, आस्ट्रेलिया की गल कर लईए, ये सारे मुल्कां दे विच रिकवरी जिहड़ी है ਉਹ ਆਉਣੀ शुरू हो गई है। ਹੁਣ ठीक। ਜਦੋਂ ਉਹ ਰਿਕਵਰੀ ਆਈ ਹੈ, ਉੱਥੇ ਤੇਲ ਦੀ ਮੰਗ ਜਿਹੜੀ ਹੈ ਉਹ ਵੱਧ ਗਈ ਹੈ। ਤੇਲ ਤੇ ਡੀਜ਼ਲ ਦੀ ਮੰਗ ਜਿਹੜੀ ਘਟ ਗਈ ਸੀ ਕਰੋਨਾ ਵੇਲੇ, ਜਿਵੇਂ ਕਹਿੰਦਾ ਵੀ $20 ਪਰ ਬੈਰਲ ਹੋ ਗਿਆ ਸੀ, ਤਾਂ ਕਾਰਨ ਕੀ ਸੀ? ਕਿਉਂਕਿ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਉਹਦੀ ਡਿਮਾਂਡ ਘਟ ਗਈ ਸੀ। ਅੱਜ ਚੀਨ ਵੀ ਡਿਮਾਂਡ ਕਰ ਰਿਹਾ, ਅੱਜ ਅਮਰੀਕਾ ਵੀ ਡਿਮਾਂਡ ਕਰ ਰਿਹਾ, ਅੱਜ ਇੰਗਲੈਂਡ ਵੀ ਡਿਮਾਂਡ ਕਰ ਰਿਹਾ, ਅੱਜ ਬਾਕੀ ਮੁਲਕ ਜਿਹੜੇ ਨੇ ਉਹ ਵੀ ਡਿਮਾਂਡ ਕਰ ਰਹੇ। ਜਿੰਨੇ ਵਿਕਸਿਤ ਮੁਲਕ ਨੇ ਉਹਨਾਂ ਨੇ ਇਹਦੀ ਡਿਮਾਂਡ ਕਰਨੀ ਸ਼ੁਰੂ ਕਰਤੀ ਹੈ। ਜਦੋਂ ਉੱਥੇ ਡਿਮਾਂਡ ਸ਼ੁਰੂ ਹੋ ਗਈ ਹੈ, ਗਲਫ ਦੀਆਂ ਕੰਟਰੀਜ਼ ਜਾਂ ਜਿਹੜੀਆਂ ਓਪੇਕ ਦੀਆਂ ਕੰਟਰੀਜ਼ ਨੇ, ਜਿਹੜੇ ਇਹਦੇ ਵਿੱਚ ਮੁਲਕ ਤੇਲ ਪ੍ਰੋਡਿਊਸਿੰਗ ਜਿਹੜੇ ਮੁਲਕ ਨੇ, ਇਹਨਾਂ ਨੇ ਤੇਲ ਦੇ ਰੇਟ ਵਧਾਉਣੇ ਸ਼ੁਰੂ ਕਰਤੇ। ਹੁਣ ਜਾਂ ਤਾਂ ਉਹ ਰੋਕ ਲੈਣ ਬਈ ਉਹਨਾਂ ਮੁਲਕਾਂ ਦੇ ਵਿੱਚੋਂ ਕਿਤੋਂ ਡਿਮਾਂਡ ਜਿਹੜੀ ਹੈ ਘਟ ਜਾਵੇ, ਤਾਂ ਇਹ ਲੋਕ ਜਿਹੜੇ ਨੇ ਗਲਫ ਜਿਹੜੀਆਂ ਕੰਟਰੀਜ਼ ਜਾਂ ਓਪੇਕ ਹੈ ਉਹ ਰੇਟ ਘਟਾ ਦੇਣ, ਜਾਂ ਤਾਂ ਇਹ ਹੋ ਜਾਵੇ, ਜਾਂ ਫਿਰ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਇਹ ਟੈਕਸ ਦਾ ਰੇਟ ਘਟਾ ਦੇਵੇ। ਵੈਸੇ ਮੈਂ ਤੁਹਾਨੂੰ ਦੱਸ ਦਿੰਦਾ, ਤਕਰੀਬਨ 8.5 ਰੁਪਏ ਦਾ ਕੁਸ਼ਨ ਹੈ ਜਿਹਦੇ ਨਾਲ ਸਰਕਾਰਾਂ ਇਸ ਵੇਲੇ ਰੇਟ ਘਟਾ ਸਕਦੇ। 8.5 ਤੋਂ 9 ਰੁਪਏ ਸਰਕਾਰਾਂ ਇਸ ਵੇਲੇ ਵੀ ਆਪਣਾ ਰੇਟ ਘਟਾ ਸਕਦੀਆਂ ਹਿੰਦੁਸਤਾਨ ਦੇ ਵਿੱਚ, ਚੋਣਾਂ ਤੋਂ ਇਲਾਵਾ। ਨਹੀਂ ਤਾਂ ਚੋਣਾਂ ਵੇਲੇ ਤਾਂ ਚਲੋ ਇਹਨਾਂ ਨੂੰ ਮਜਬੂਰੀ ਹੋ ਜਾਂਦੀ ਹੈ ਸਰਕਾਰਾਂ ਨੂੰ ਘਟਾਉਣੀ, ਅਦਰਵਾਈਜ਼ ਇਸ ਵੇਲੇ ਸੈਂਟਰਲ ਸਰਕਾਰ ਜਿਹੜੀ ਹੈ 8.5 ਤੋਂ 9 ਰੁਪਏ ਦੇ ਨਾਲ ਰੇਟ ਘਟਾ ਸਕਦੀ। ਬਿਲਕੁਲ, ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਕਿ ਵੀ ਸਰਕਾਰ ਨੂੰ ਲੋਕਾਂ ਦੇ ਉੱਤੇ ਤਰਸ ਕਰਨਾ ਚਾਹੀਦਾ ਹੈ। ਆਮ ਲੋਕਾਂ ਦੀ ਰੋਜ਼ੀ ਰੋਟੀ ਖਤਮ ਹੋ ਜਾਂਦੀ ਹੈ, ਔਰ ਜਿੱਥੇ ਦੇਖੋ ਕਈ ਲੋਕ ਤੇ ਐਸੇ ਨੇ ਜਿਹੜੇ ਇਸ ਚੀਜ਼ ਨੂੰ ਅਫੋਰਡ ਕਰ ਸਕਦੇ ਨੇ, ਔਰ ਕਈਆਂ ਨੂੰ ਮਜਬੂਰੀ ਦੇ ਵਿੱਚ ਇਹਨੂੰ ਅਪਣਾਉਣਾ ਹੀ ਪੈਣਾ ਹੈ, ਕਿਉਂਕਿ ਜਦੋਂ ਤੱਕ ਉਹਨਾਂ ਦਾ ਕੰਮ ਜਿਹੜਾ ਬਾਹਰ ਆਉਣ ਜਾਣ ਦਾ ਕਿਧਰੇ ਹੈ ਤੇ ਉਹਨਾਂ ਨੂੰ ਪੈਟਰੋਲ ਡੀਜ਼ਲ ਪਵਾਉਣਾ ਹੀ ਪੈਣਾ। ਪਰ ਹਿੰਦੁਸਤਾਨ ਦੇ ਵਿੱਚ ਲੱਖਾਂ ਨਹੀਂ ਕਰੋੜਾਂ ਦੀ ਤਾਦਾਦ ਦੇ ਵਿੱਚ ਇਹੋ ਜਿਹੇ ਲੋਕ ਹੋਣਗੇ ਜਿਨ੍ਹਾਂ ਦੇ ਕੋਲ ਆਪਣਾ ਕੋਈ ਵਹੀਕਲ ਵੀ ਨਹੀਂ ਹੈ, ਪਰ ਉਹਨਾਂ ਨੂੰ ਬਾਕੀ ਚੀਜ਼ਾਂ ਜਿਹੜੀਆਂ ਉਹ ਲੈਣ ਦੇ ਲਈ ਪੈਸੇ ਤੇ ਖਰਚ ਕਰਨੇ ਪੈਣੇ, ਤੇ ਉਹਦੇ ਲਈ ਉਹਨਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਛਾ ਡਾਕਟਰ ਸਾਹਿਬ, ਆਰਥਿਕਤਾ ਦੇ ਹੋਰ ਵੀ ਬਹੁਤ ਸਾਰੇ ਪਹਿਲੂ ਨੇ। ਅੱਜ ਆਪਾਂ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਉਸ ਵਿਸ਼ੇ ਦੇ ਉੱਤੇ ਵੀ ਕਰਦੇ ਹਾਂ ਕਿ ਇਸ ਤੋਂ ਇਲਾਵਾ ਪਿੱਛੇ ਵੀ ਆਪਾਂ ਗੱਲਬਾਤ ਕੀਤੀ ਸੀ ਇਸ ਪ੍ਰੋਗਰਾਮ ਦੇ ਵਿੱਚ ਹੀ ਕਿ ਜਿਹੜੀ ਸਰਕਾਰ ਹੈ ਉਹਨੇ ਪਹਿਲਾਂ ਵੀ ਇੱਕ ਏਜੰਡਾ ਇਹੋ ਜਿਹਾ ਤਿਆਰ ਕੀਤਾ ਸੀ ਕਿ ਲੋਕਾਂ ਦੇ ਉੱਤੇ ਇੱਕ ਜ਼ਬਰਦਸਤ ਵਾਰ, ਜਿਹੜੇ ਆਮ ਲੋਕ ਨੇ ਉਹਨਾਂ ਦਾ ਪੈਸਾ ਬੈਂਕਾਂ ਦੇ ਵਿੱਚ, ਪੋਸਟ ਆਫਿਸ ਦੇ ਵਿੱਚ ਪਿਆ ਹੁੰਦਾ, ਤੇ ਉਹਦੇ ਉੱਤੇ ਕਟੌਤੀ ਦੀ ਇੱਕ ਤਲਵਾਰ ਸਰਕਾਰ ਨੇ ਲਟਕਾ ਦਿੱਤੀ ਸੀ। ਲੇਕਿਨ ਥੋੜ੍ਹਾ ਜਿਹਾ ਦਬਾਅ ਪੈਣ ਦੇ ਉੱਤੇ ਉਹ ਉਹਨਾਂ ਨੇ ਵਾਪਸ ਲੈ ਲਈ ਕਿ ਜਿਹੜੇ ਵਿਆਜ ਘਟਾਇਆ ਸੀ ਉਹਨਾਂ ਨੇ ਉਹ ਇੱਕ ਵਾਰ ਫਿਰ ਉੱਤੇ ਛੂਟ ਦੇ ਦਿੱਤੀ। ਕੀ ਲੱਗਦਾ ਹੈ ਕਿ ਉਹ ਤਲਵਾਰ ਫਿਰ ਤਿਆਰ ਹੈ? ਕਾਇਦਾ ਤਿਆਰ ਹੈ ਜੀ, ਬਿਲਕੁਲ ਤਿਆਰ ਹੈ। ਉਹ ਨਹੀਂ ਬਚਣਾ ਹੈਗਾ ਉਹਦੇ ਤੋਂ, ਮੁਸ਼ਕਿਲ ਹੈ ਸਾਡਾ ਬਚਣਾ। ਉਹਦਾ ਕਾਰਨ ਹੈ, ਕਾਰਨ ਦੇਖੋ ਜਿਹੜੇ ਸਰਕਾਰ ਦੇ ਕੋਲ ਕੀ ਹੈ ਕਿ ਮੈਂ ਨਹੀਂ ਕਹੂੰਗਾ ਪੈਸੇ ਦੀ ਘਾਟ ਹੈ, ਸਰਕਾਰ ਦੀ ਪਲੈਨਿੰਗ ਕਿਤੇ ਨਾ ਕਿਤੇ ਖਰਾਬ ਹੋਈ ਹੈ। ਜਿੱਦਾਂ ਦੀ ਪਲੈਨਿੰਗ ਚਾਹੀਦੀ ਸੀ ਇਸ ਚੀਜ਼ ਨੂੰ ਨਜਿੱਠਣ ਦੇ ਲਈ, ਇਸ ਸਮੱਸਿਆ ਨੂੰ ਨਜਿੱਠਣ ਵਾਸਤੇ, ਉਹੋ ਜਿਹੀ ਪਲੈਨਿੰਗ ਉਸ ਤਰੀਕੇ ਦੀ ਨਹੀਂ ਕਰ ਸਕੀ ਸਰਕਾਰ। ਪੈਸੇ ਦੀ ਕਮੀ ਜ਼ਰੂਰ ਆਈ ਹੈ, ਪੇਸ਼ ਆਈ ਹੈ, ਠੀਕ ਹੈ, ਪਰ ਇੰਨੀ ਨਹੀਂ ਹੈਗੀ ਜਿੱਦਾਂ ਸਮੱਸਿਆ ਸਰਕਾਰ ਨੇ ਆਪਣੇ ਜੋਗੀ ਖੜੀ ਕਰ ਲਈ ਹੈ। ਗਲਤ ਜਿਹੜੀਆਂ ਸਾਡੀਆਂ ਨੀਤੀਆਂ ਨੇ ਨਾ ਜੀ, ਉਹ ਇਹਦੇ ਲਈ ਜ਼ਿੰਮੇਵਾਰ ਨੇ ਕਿਤੇ ਨਾ ਕਿਤੇ, ਕਿਉਂਕਿ ਸਾਡੀਆਂ ਪ੍ਰਾਇੋਰਟੀਜ਼ ਸੈੱਟ ਨਹੀਂ ਹੈਗੀਆਂ। ਅਸੀਂ ਦੇਖੋ ਸੈਂਟਰਲ ਵਿਸਟਾ ਜਾਂ ਅਸੀਂ ਉਹ ਜਿਹੜੇ ਜੈਟ ਏਅਰ ਦੇ ਪਲੇਨਸ ਲੈਣੇ ਆ ਬਾਹਰ, ਤੁਸੀਂ ਮੈਨੂੰ ਇੱਕ ਬੰਦਾ ਦੱਸ ਦਿਓ, ਇੱਕ ਮੰਤਰੀ ਦੱਸ ਦਿਓ ਜਿਹਨੇ ਆਪਣਾ ਖਰਚਾ ਘਟਾਇਆ ਹੋਵੇ, ਕਿਸੇ ਦੀ ਜਿਹੜੀ ਇਹਨਾਂ ਦੇ ਨਾਲ ਸਿਕਿਉਰਿਟੀ ਚੱਲਦੀ ਹੈ ਜਾਂ ਤੇਲ ਦੀਆਂ ਗੱਡੀਆਂ ਇਹਨਾਂ ਦੇ ਨਾਲ ਚੱਲਦੀਆਂ ਨੇ, ਜੇ ਇੱਕ ਵੀ ਮੰਤਰੀ ਦੀ ਕੋਈ ਗੱਡੀ ਘਟੀ ਹੋਵੇ ਜਾਂ ਕਿਸੇ ਇੱਕ ਮੰਤਰੀ ਦੀ ਸਿਕਿਉਰਿਟੀ ਘਟ ਗਈ ਹੋਵੇ ਨਾ, ਉਹ ਖਰਚਾ ਉੱਥੇ ਹੀ ਹੈ। ਮਿਸਪਲੇਸਡ ਸਾਡੀਆਂ ਜਿਹੜੀਆਂ ਨੇ ਨਾ ਜੀ ਪ੍ਰਾਇੋਰਟੀਜ਼ ਨੇ, ਉਹਦੇ ਕਰਕੇ ਸਾਨੂੰ ਇਹਦਾ ਸਮੱਸਿਆ ਜਿਹੜੀ ਹੈ ਜ਼ਿਆਦਾ ਆ ਰਹੀ ਹੈ। ਹੁਣ ਜੇ ਆਪਾਂ ਇਹਦੇ ਚ ਦੇਖੀਏ ਨਾ, ਇਹ ਸਾਰੇ ਦੇ ਵਿੱਚ ਜਿਹੜਾ ਹੁਣ ਇਹ ਵਰਲਡ ਓਵਰ ਕੀ ਹੋ ਰਿਹਾ, ਵਰਲਡ ਓਵਰ ਰਿਕਵਰੀ ਵੱਲ ਨੂੰ ਚੱਲ ਪਏ ਅਸੀਂ ਜੀ, ਵਰਲਡ ਓਵਰ ਰਿਕਵਰੀ ਵੱਲ ਨੂੰ ਚੱਲ ਪਏ ਅਸੀਂ। ਹਿੰਦੁਸਤਾਨ ਦੇ ਵਿੱਚ ਰਿਕਵਰੀ ਨਹੀਂ ਆਣੀ, ਕਾਰਨ ਕਿਉਂ ਨਹੀਂ ਆ ਰਹੀ? ਹਿੰਦੁਸਤਾਨ ਦੀਆਂ ਪ੍ਰਾਇੋਰਟੀਜ਼ ਇਦਾਂ ਦੀਆਂ ਸੈੱਟ ਰਹੀਆਂ। ਪੈਸਾ ਚਾਹੀਦਾ ਸੀ ਲੋਕਾਂ ਦੇ ਉੱਤੇ ਖਰਚਣਾ, ਉਹਨਾਂ ਨੇ ਮੁਲਕਾਂ ਨੇ ਕੀ ਕੀਤਾ? ਅਸੀਂ ਜੇ ਬਾਹਰਲੇ ਮੁਲਕਾਂ ਦੀ ਮੈਂ ਗੱਲ ਕਰਦਾ ਕਿ ਵੱਡੇ ਮੁਲਕਾਂ ਨੇ ਕੀ ਕੀਤਾ, ਉਹਨਾਂ ਨੇ ਲੋਕਾਂ ਦੀਆਂ ਨੌਕਰੀਆਂ ਬਚਾਈਆਂ, ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੀਆਂ ਸਕੀਮਾਂ ਦੇ ਕੇ ਲੋਕਾਂ ਦੀਆਂ ਨੌਕਰੀਆਂ ਬਚਾਈਆਂ। ਸਾਡੀਆਂ ਸਰਕਾਰਾਂ ਨੇ ਲੋਕਾਂ ਦੀਆਂ ਨੌਕਰੀਆਂ ਨਹੀਂ ਬਚਾਈਆਂ, ਲੋਕੀ ਬੇਸਹਾਰਾ ਹੋ ਗਏ। ਹੁਣ ਉਹਦੇ ਕਰਕੇ ਇਹ ਸਰਕਾਰ ਦਾ ਮਾਲੀਆ ਨਹੀਂ ਇਕੱਠਾ ਹੋਇਆ।
ਜਦੋਂ ਸਰਕਾਰ ਦਾ ਮਾਲੀਆ ਨਹੀਂ ਇਕੱਠਾ ਹੋਇਆ, ਸਰਕਾਰ ਮੰਗਣ ਦੇ ਰਸਤੇ ਤੇ ਤੁਰ ਗਈ। ਜਦੋਂ ਸਰਕਾਰ ਮੰਗਣ ਦੇ ਰਸਤੇ ਤੇ ਤੁਰ ਗਈ, ਹੁਣ ਸਰਕਾਰ ਕਹਿੰਦੀ ਹੈ ਸਾਨੂੰ ਸਸਤਾ ਲੋਨ ਦਿਓ। ਆਰਬੀਆਈ ਦੇ ਗਵਰਨਰ ਨੂੰ ਸਰਕਾਰ ਨੇ 3 ਵਾਰੀ ਕਹਿਤਾ ਮਾਰਚ ਤੋਂ ਲੈ ਕੇ ਹੁਣ ਤੱਕ ਵੀ ਸਾਨੂੰ ਸਸਤਾ ਲੋਨ ਚਾਹੀਦਾ। ਗਵਰਨਰ ਸਾਹਿਬ ਬੈਂਕਾਂ ਦੀ ਨਕੇਲ ਕੱਸਦੇ ਆ ਜਾ ਕੇ ਵੀ ਭਾਈ ਸਰਕਾਰ ਦੇ ਜਿਹੜੇ ਬੌਂਡਸ ਹੈ ਜਾਂ ਸਰਕਾਰ ਨੂੰ ਸਸਤਾ ਲੋਨ ਪ੍ਰੋਵਾਈਡ ਕਰੋ। ਹੁਣ ਬੈਂਕਾਂ ਜਿਹੜੀਆਂ ਨੇ ਉਹ ਕਹਿੰਦੀਆਂ ਅਸੀਂ ਕਿੱਥੋਂ ਮੁਹੱਈਆ ਕਰਾ ਦਈਏ ਸਰਕਾਰ ਨੂੰ ਸਸਤਾ ਲੋਨ, ਜਦੋਂ ਲੋਕੀ ਸਾਡੇ ਕੋਲੋਂ ਪੈਸਾ ਨਹੀਂ ਲੈ ਰਹੇ। ਜਦੋਂ ਬੈਂਕ ਦਾ ਕੀ ਕੰਮ ਹੈ ਕਰਜ਼ੇ ਦੇਣੇ, ਜਦੋਂ ਲੋਕੀ ਸਾਡੇ ਕੋਲੋਂ ਕਰਜ਼ਾ ਨਹੀਂ ਲੈ ਰਹੇ, ਨਾ ਸਾਡੇ ਕੋਲ ਡਿਪੋਜ਼ਿਟ ਪੂਰੇ ਆ ਰਹੇ ਨੇ, ਜਿਹੜਾ ਸਾਡੇ ਕੋਲ ਪੈਸਾ ਆਉਂਦਾ ਸੀ ਉਹ ਸਰਕਾਰੀ ਸਕੀਮਾਂ ਦੇ ਵਿੱਚ ਜਾਈ ਜਾ ਰਿਹਾ, ਚਾਹੇ ਉਹ ਪ੍ਰੋਵੀਡੈਂਟ ਫੰਡ ਦੀ ਸਕੀਮ ਹੈ, ਪਬਲਿਕ ਪ੍ਰੋਵੀਡੈਂਟ ਫੰਡ ਦੀ ਸਕੀਮ ਹੈ ਜਾਂ ਨੈਸ਼ਨਲ ਸੇਵਿੰਗ ਸਰਟੀਫਿਕੇਟ ਹੈ, ਵੀ ਲੋਕ ਤਾਂ ਪੈਸਾ ਉਧਰ ਨੂੰ ਡਾਇਵਰਟ ਕਰੀ ਜਾ ਰਹੇ ਵੀ ਅਸੀਂ ਤੁਹਾਨੂੰ ਲੋਨ ਕਿੱਥੋਂ ਦੇ ਦਈਏ। ਬੈਂਕਾਂ ਨੇ ਇਹ ਗੱਲ ਕਹਿਤੀ ਤਾਂ ਸਰਕਾਰ ਨੇ ਬੈਂਕਾਂ ਨੂੰ ਕਿਹਾ ਕੋਈ ਨਹੀਂ ਤੁਸੀਂ ਖੜੋ, ਅਸੀਂ ਉਹਨਾਂ ਦੇ ਉੱਤੇ ਪੈਸਾ ਘਟਾ ਦਿੰਦੇ ਆ, ਉਹਨਾਂ ਤੇ ਵਿਆਜ ਘਟਾ ਦਿੰਦੇ ਆ। ਤਾਂ ਸਰਕਾਰ ਨੇ ਆਪਣਾ ਘਰ ਪੂਰਾ ਕਰਨ ਦੇ ਲਈ, ਆਪਣੀਆਂ ਗਲਤੀਆਂ ਲੁਕਾਉਣ ਲਈ, ਆਪਣਾ ਘਰ ਪੂਰਾ ਕਰਨ ਦੇ ਲਈ ਲੋਕਾਂ ਦੇ ਉੱਤੇ ਹਰ ਤਰੀਕੇ ਦੀ ਮਾਰ ਮਾਰੀ ਹੋਈ ਹੈ। ਭਾਵੇਂ ਉਹ ਪੈਟਰੋਲ ਡੀਜ਼ਲ ਦੀ ਮਾਰ ਹੈ, ਉਹ ਦੇਖੋ ਸਰਕਾਰ ਉੱਥੋਂ ਪੈਸਾ ਇਕੱਠਾ ਕਰਦੀ ਹੈ, ਜਿੰਨਾ ਕੁ ਇਕੱਠਾ ਹੋ ਜਾਏ ਉੱਥੋਂ ਦੀ ਕਰ ਲਓ। ਲੋਕਾਂ ਨੂੰ ਹੁਣ ਵਿਆਜ ਨਹੀਂ ਦੇਣ, ਦੇਖੋ ਇਹਦੇ ਚ ਜਿੰਨਾ ਸੀਨੀਅਰ ਸਿਟੀਜ਼ਨ ਹੈ ਸਾਡਾ, ਜਿਨ੍ਹਾਂ ਦੇ ਕੋਲ ਵਿਚਾਰਿਆਂ ਦੇ ਕੋਲ ਸਾਰੀ ਉਮਰ ਦਾ ਜਿਨ੍ਹਾਂ ਨੇ ਜੋੜਿਆ ਹੋਇਆ ਉਹੀ ਪੈਸਾ ਰਹਿ ਗਿਆ, ਉਹਦੇ ਤੇ ਵਿਆਜ ਆਉਣਾ ਸੀ ਉਹ ਵੀ ਸਰਕਾਰ ਨੇ ਘਟਾ ਦਿੱਤਾ। ਠੀਕ ਹੈ ਨਾ ਜੀ। ਤਾਂ ਅਸੀਂ ਕਿਤੇ ਨਾ ਕਿਤੇ ਸ਼ਿਕਾਰ ਹੋਏ ਹੋਏ ਆ ਸਰਕਾਰ ਦੀਆਂ ਗਲਤ ਨੀਤੀਆਂ। ਮੈਂ ਇੱਕ ਚੀਜ਼ ਜਿਹੜੀ ਐਡ ਕਰ ਦਿੰਦਾ ਕੰਕਲੂਡ ਕਰਨ ਦੇ ਲਈ, ਬਈ ਜਿਹੜਾ ਸਰਕਾਰ ਪ੍ਰੋਵੀਡੈਂਟ ਫੰਡ ਦੇ ਉੱਤੇ ਜਾਂ ਨੈਸ਼ਨਲ ਸੇਵਿੰਗ ਸਰਟੀਫਿਕੇਟ ਤੇ ਜਾਂ ਹੋਰ ਜਿਹੜੇ ਉਪਰਾਲੇ ਕੀਤੇ ਹੋਏ ਸੀ ਸਰਕਾਰ ਨੇ, ਜਿੱਥੋਂ ਲੋਕਾਂ ਨੂੰ ਪੈਸਾ ਆਉਂਦਾ ਸੀ ਵਿਆਜ ਦੇ ਤੌਰ ਤੇ, ਸਰਕਾਰ ਉਹਨੂੰ ਘਟਾਏਗੀ, ਜ਼ਰੂਰ ਘਟਾਏ, ਔਰ ਇਹ ਆਉਣ ਵਾਲੀ ਤਿਮਾਹੀ ਦੇ ਵਿੱਚ ਸਾਨੂੰ ਨਜ਼ਰ ਆ ਜਾਏਗੀ। ਅੱਛਾ ਡਾਕਟਰ ਸਾਹਿਬ, ਜਿੱਦਾਂ ਜਿੱਦਾਂ ਸਰਕਾਰ ਇੰਨੇ ਤੁਸੀਂ ਦੱਸਿਆ ਕਿ ਇੰਨੇ ਸਾਧਨਾਂ ਤੋਂ ਪੈਸੇ ਜੁਟਾਉਂਦੀ ਹੈ, ਪੈਸੇ ਕਮਾਉਂਦੀ ਹੈ, ਤਾਂ ਸਰਕਾਰ ਤਾਂ ਸਾਡੀ ਫਿਰ ਬਹੁਤ ਅਮੀਰ ਹੋਈ। ਮੈਂ ਤੁਹਾਨੂੰ ਪਹਿਲਾਂ ਦੱਸੀ ਜੀ ਸਰਕਾਰ ਦੇ ਕੋਲ ਪੈਸੇ ਦੀ ਇੰਨੀ ਘਾਟ ਨਹੀਂ, ਸਰਕਾਰ ਤਾਂ ਪੈਸਾ ਹੋਰ ਛਾਪ ਲਵੇ। ਜੇ ਇਦਾਂ ਦੀ ਗੱਲ ਹੋਵੇ ਨੋਟ ਹੋਰ ਛਾਪੇ ਜਾ ਸਕਦੇ, ਜਿੱਦਾਂ ਕੋਟਕ ਉਦੇ ਕੋਟਕ ਜੀ ਨੇ ਕਿਹਾ ਹੈ, ਜਾਂ ਇਹੀ ਗੱਲ ਬੈਨਰਜੀ ਅਭਿਜੀਤ ਬੈਨਰਜੀ ਨੇ ਕਹੀ ਹੈ, ਇਹੀ ਗੱਲ ਜਿਹੜੀ ਹੈ ਰਘੂਰਾਮ ਰਾਜਨ ਜੀ ਨੇ ਕਹੀ ਹੈ ਵੀ ਸਰਕਾਰਾਂ ਤਾਂ ਪੈਸੇ ਛਾਪ ਸਕਦੀ, ਜਿੰਨਾ ਮਰਜ਼ੀ ਨੋਟ ਛਾਪ ਲੈਣ, ਸਮੱਸਿਆ ਉਹਦੇ ਤੇ ਵੀ ਚਲੋ ਆਪਾਂ ਗੱਲ ਕਰਦੇ ਹਾਂ ਨੋਟ ਤੇ। ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਨਾ ਜੀ, ਸਰਕਾਰਾਂ ਅਮੀਰ ਜਾਂ ਗਰੀਬ ਹੋਣ ਦਾ ਮਕਸਦ ਨਹੀਂ ਹੈਗਾ, ਸਰਕਾਰਾਂ ਦੀਆਂ ਪੈਸਾ ਕਿੱਥੇ ਕਿਹੜੇ ਪਾਸੇ ਲਾਉਂਦੇ ਆ। ਜਿਹੜੇ ਵਿਕਸਿਤ ਮੁਲਕ ਨੇ ਉਹਨਾਂ ਨੇ ਲੋਕਾਂ ਤੇ ਪੈਸਾ ਲਾਇਆ, ਉਹਨਾਂ ਨੇ ਲੋਕਾਂ ਦੀਆਂ ਨੌਕਰੀਆਂ ਬਚਾਈਆਂ। ਕੁਰਜ਼ਰਬੇਟ ਸਕੀਮ ਲੈ ਕੇ ਆਈ ਜਰਮਨੀ, ਐਕਟੀਵਿਟੀ ਪਾਰਸ਼ਲ ਲੈ ਕੇ ਆਈ ਫਰਾਂਸ ਵਾਲੇ, ਲੈ ਕੇ ਆਏ ਆਸਟ੍ਰੇਲੀਆ, ਲੈ ਕੇ ਆਇਆ ਜੌਬ ਕੀਪਰ ਆਸਟ੍ਰੇਲੀਆ, ਲੈ ਕੇ ਆਇਆ ਅਮਰੀਕਾ ਜੌਬ ਪੇਚੈਕ ਪ੍ਰੋਟੈਕਸ਼ਨ ਲੈ ਕੇ ਆਇਆ। ਇਹਨਾਂ ਸਾਰੇ ਮੁਲਕਾਂ ਨੇ ਰਲ ਕੇ ਲੋਕਾਂ ਦੀਆਂ ਨੌਕਰੀਆਂ ਬਚਾਈਆਂ। ਕੰਪਨੀ ਵਾਲਿਆਂ ਨੂੰ ਕਿਹਾ ਕਿ ਤੁਸੀਂ ਸਾਡੇ ਤੋਂ ਪੈਸਾ ਲੈ ਲਓ, ਪਰ ਲੋਕਾਂ ਨੂੰ ਤੁਸੀਂ ਭੁੱਖੇ ਨਹੀਂ ਮਾਰਨਾ, ਅਸੀਂ ਲੋਕਾਂ ਦੇ ਹੱਥਾਂ 'ਚ ਪੈਸਾ ਦਿਓ। ਦੇਖੋ ਜਿਹੜਾ ਉਹ ਪੈਸਾ ਸਰਕਾਰਾਂ ਨੇ ਲੋਕਾਂ ਦੇ ਹੱਥਾਂ 'ਚ ਦਿੱਤਾ, ਉਸ ਵੇਲੇ ਤਾਂ ਗਤੀਵਿਧੀਆਂ ਰੁਕੀਆਂ ਹੋਈਆਂ ਸੀ ਉਹਨਾਂ ਮੁਲਕਾਂ ਦੇ। ਹੁਣ ਜਦੋਂ ਮੁਲਕ ਖੁੱਲੇ ਨੇ, ਉਹ ਪੈਸਾ ਸਾਹਮਣੇ ਆ ਗਿਆ, ਔਰ ਉਹ ਇਸ ਕਰਕੇ ਉਹਨਾਂ ਦੀ ਰਿਕਵਰੀ ਛੇਤੀ ਹੋ ਰਹੀ ਹੈ। ਬੜਾ ਸਿੰਪਲ ਜਿਹਾ ਸਿਧਾਂਤ ਹੈ ਜੀ, ਤੁਸੀਂ ਇੱਕ ਮਰੀਜ਼ ਬੰਦੇ ਨੂੰ ਤੁਸੀਂ ਚੰਗਾ ਖਾਣ ਨੂੰ ਦਿਓ, ਅਗਲਾ ਆਪਣੇ ਆਪ ਹੀ ਦੌੜੇਗਾ ਕੱਲ ਨੂੰ। ਆਪਾਂ ਜਦੋਂ ਆਪਾਂ ਬਿਮਾਰ ਹੁੰਨੇ ਆ, ਆਪਾਂ ਕੀ ਕਰਦੇ ਆ ਜੀ, 2 ਦਿਨ ਦਵਾਈ ਖਾ ਕੇ ਰੈਸਟ ਕਰਕੇ ਉਸ ਤੋਂ ਬਾਅਦ ਦੌੜਦੇ ਆ। ਉਹੀ ਚੀਜ਼ ਉੱਥੇ ਸਰਕਾਰ ਨੇ ਉਹਨਾਂ ਨੂੰ ਦਵਾਈਆਂ ਦਿੱਤੀਆਂ। ਦਵਾਈ ਕਿਸ ਚੀਜ਼ ਦੀ ਦਿੱਤੀ? ਵੀ ਪੈਸਾ ਦਿੱਤਾ ਸਰਕਾਰ ਨੇ, ਉਹਨਾਂ ਨੂੰ ਪੈਸਾ ਦੇ ਕੇ ਉਹਨਾਂ ਦੀਆਂ ਨੌਕਰੀਆਂ ਬਰਕਰਾਰ ਰੱਖੀਆਂ, ਤਾਂ ਕਿ ਡਿਮਾਂਡ ਜਿਹੜੀ ਹੈ ਮਾਰਕੀਟ ਦੇ ਵਿੱਚ, ਮੰਗ ਦੀ ਕਮੀ ਨਾ ਹੋਵੇ। ਸਾਡੇ ਕੋਲ ਉਲਟਾ ਹੋਇਆ, ਸਾਡੀ ਸਰਕਾਰ ਨੇ ਜੋ ਸਾਡੇ ਕੋਲ ਸੀਗਾ, ਸਾਡੇ ਡੀਏ ਵੀ ਰੋਕਤੇ। 1.5 ਸਾਲ ਹੋ ਗਿਆ ਜੀ ਸਾਡਾ ਡੀਏ ਜਿਹੜਾ ਸਰਕਾਰੀ ਮੁਲਾਜ਼ਮਾਂ ਨੂੰ 1.5 ਸਾਲ ਤੋਂ ਇਹ ਨਹੀਂ ਮਿਲ ਰਿਹਾ। ਹੁਣ ਸਰਕਾਰ ਨੇ ਨਵਾਂ ਇੱਕ ਸ਼ਗੂਫਾ ਛੱਡਤਾ ਕਿ ਜਿਹੜਾ 1.5 ਸਾਲ ਦਾ ਤੁਹਾਡਾ ਡੀਏ ਆ ਉਹ ਮਾਰਿਆ ਗਿਆ। ਜਿਨ੍ਹਾਂ ਲੋਕਾਂ 12.5 ਕਰੋੜ ਲੋਕਾਂ ਦੀ ਨੌਕਰੀ ਗਈ ਸੀ ਅਪ੍ਰੈਲ ਦੇ ਮਹੀਨੇ ਦੇ ਵਿੱਚ, ਉਹਦੇ ਚੋਂ 1.5 ਕਰੋੜ ਲੋਕ ਦੀ ਹਜੇ ਤੱਕ ਵੀ ਨੌਕਰੀ ਵਾਪਸ ਨਹੀਂ ਆਈ। ਤੁਸੀਂ ਇਹ ਦੇਖੋ ਵੀ ਅਸੀਂ ਕਰੋਨਾ ਤੋਂ ਪਹਿਲਾਂ ਵਾਲੇ ਜਿਹੜਾ ਟਾਈਮ ਸੀ ਨਾ ਜੀ, ਉਹਦੇ ਹਿਸਾਬ ਨਾਲ ਵੀ ਜੇ ਅਸੀਂ ਅੱਜ ਕੰਪੇਅਰ ਕਰਕੇ ਚੱਲੀਏ ਨਾ, ਤਾਂ ਅਸੀਂ 1.5 ਕਰੋੜ ਨੌਕਰੀ ਸ਼ਾਰਟ ਹੈ। ਤੁਸੀਂ ਦੇਖੋ ਕਿ ਜਦੋਂ 1.5 ਕਰੋੜ ਨੌਕਰੀ ਸ਼ਾਰਟ ਹੈ, ਜਿਨ੍ਹਾਂ ਕੋਲ ਹੈਗੀਆਂ ਉਹਨਾਂ ਨੂੰ ਅੱਧੀ ਪਚੱਧੀ ਤਨਖਾਹ ਮਿਲਦੀ ਹੈ, ਸਰਕਾਰਾਂ ਡੀਏ ਦੇਣੇ ਬੰਦ ਕਰ ਦੇਣ, ਤਾਂ ਮੰਗ ਕਿੱਥੋਂ ਹੋਏਗੀ ਮਾਰਕੀਟ ਦੇ ਵਿੱਚ? ਜਦੋਂ ਮੰਗ ਨਹੀਂ ਹੋਣੀ, ਰਿਕਵਰੀ ਨਹੀਂ ਹੋਣੀ। ਤੁਸੀਂ ਲੱਖ ਜ਼ੋਰ ਲਾ ਲਓ ਕੰਪਨੀਆਂ ਨੂੰ, ਜਿੰਨੇ ਮਰਜ਼ੀ ਸਰਕਾਰ ਨੇ ਇੰਨੇ ਪੈਕੇਜ ਦਿੱਤੇ, ਵਿਆਜ ਦਾ ਦਰ ਜਿਹੜੀ ਸੀ ਉਹ ਘਟਾ ਕੇ ਦੇਖ ਲਈ ਸਰਕਾਰ ਨੇ, ਕਾਰਪੋਰੇਟ ਟੈਕਸ ਘਟਾ ਕੇ ਦੇਖ ਲਿਆ 35% ਤੋਂ 21% ਤੇ ਲੈ ਆਈ ਸਰਕਾਰ, ਨਵੀਆਂ ਕੰਪਨੀਆਂ ਦੇ ਲਈ ਟੈਕਸ ਘਟਾ ਕੇ ਦੇਖ ਲਿਆ 15% ਕਰਤਾ। ਕੋਈ ਉਪਰਾਲਾ ਕੰਮ ਨਹੀਂ ਕਰ ਰਿਹਾ। ਕਿਉਂ? ਉਹ ਕਰੇਗਾ ਵੀ ਨਹੀਂ, ਕਿਉਂਕਿ
ਸਮੱਸਿਆ ਤਾਂ ਮੰਗ ਦੀ ਤਰਫ ਤੋਂ ਹੈ। ਤੁਸੀਂ ਲੋਕਾਂ ਨੂੰ ਕਿਉਂ ਨਹੀਂ ਪੈਸਾ ਦਿੰਦੇ? ਕਿਉਂ ਸਰਕਾਰ ਇੱਕ ਵਾਰੀ ਲੋਕਾਂ ਦੇ ਹੱਥਾਂ 'ਚ ਪੈਸਾ ਨਹੀਂ ਧਰਦੀ? ਲੋਕਾਂ ਦੇ ਹੱਥਾਂ 'ਚ ਪੈਸਾ ਧਰੋਗੇ, ਕੱਲ ਨੂੰ ਤੁਸੀਂ ਔਰ ਮੈਂ ਮਾਰਕੀਟ ਦੇ ਵਿੱਚ ਜਾਵਾਂਗੇ, ਕੋਈ ਚੀਜ਼ਾਂ ਖਰੀਦਾਂਗੇ, ਜਿਹੜਾ ਬਣਾਉਣ ਵਾਲਾ ਉਹ ਬਣਾਏਗਾ, ਲੋਕਾਂ ਨੂੰ ਹੋਰ ਨੂੰ ਨੌਕਰੀ ਮਿਲੇਗੀ। ਜਿੱਥੇ ਉਹ ਕਾਰਖਾਨੇ ਚੱਲਣਗੇ ਉੱਥੇ ਲੋਕਾਂ ਨੂੰ ਨੌਕਰੀਆਂ ਮਿਲਣਗੀਆਂ। ਬੜਾ ਸਿੰਪਲ ਜਿਹਾ ਸਿਧਾਂਤ ਹੈ ਜੀ। ਮੈਨੂੰ ਨਹੀਂ ਸਮਝ ਆ ਰਹੀ ਵੀ ਸਰਕਾਰ ਐ ਉਲਝੀ ਪਈ ਹੈ। ਉਹ ਜਿਹੜੀ ਕਦੇ ਬੈਂਕਾਂ ਨੂੰ ਛੇੜ ਲਿਆ, ਕਦੇ ਕਰਜ਼ੇ ਸਸਤੇ ਮੁਹੱਈਆ ਕਰਾ ਲਏ। ਕਿਆ ਮਤਲਬ ਹੈ ਉਹਦਾ? ਤੁਸੀਂ ਲੋਕਾਂ ਦੇ ਹੱਥਾਂ 'ਚ ਕਿਉਂ ਨਹੀਂ ਪੈਸਾ ਧਰਦੇ? ਮਤਲਬ ਸਿੱਧੀ ਜੀ ਅਗਰ ਆਮ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਹੀਏ ਤੇ ਵੀ ਜੇ ਚੱਕਾ ਘੁਮਾਉਣਾ ਹੈ ਤੇ ਉਹ ਪਹੀਆ ਜਿਹੜਾ ਉਹ ਘੁੰਮੇਗਾ ਤਾਂ ਹੀ ਤੇ ਗੱਲ ਬਣੇਗੀ ਨਾ, ਤਾਂ ਹੀ ਅਸੀਂ ਅੱਗੇ ਵੱਧ ਪਾਵਾਂਗੇ। ਮੰਗ ਵਾਲੇ ਪੱਖੋਂ ਵੀ ਘੁੰਮਾਉਣ ਦੀ ਲੋੜ ਹੈ, ਇਹ ਸਪਲਾਈ ਵਾਲੇ ਪੱਖੋਂ ਘੁਮਾਉਂਦੇ। ਇਹ ਤੁਸੀਂ ਦੇਖੋ ਨਾ, ਉਹਨਾਂ ਨੂੰ ਪੈਸਾ ਦੇ ਰਹੇ ਆ, ਕੰਪਨੀਆਂ ਨੂੰ ਪੈਸਾ ਦੇ ਰਹੇ ਆ ਹਰ ਪੱਖੋਂ। ਉਹ ਤਾਂ ਸ਼ੇਅਰ ਮਾਰਕੀਟ ਨੂੰ ਘੁਮਾ ਰਹੀਆਂ ਕੰਪਨੀਆਂ ਨੂੰ। ਤੁਸੀਂ ਪੈਸਾ ਦੇ ਕੇ ਦੇਖ ਲਿਆ, ਇੱਕ ਨੌਕਰੀ ਨਹੀਂ ਕੱਢੀ ਕੰਪਨੀ ਵਾਲਿਆਂ ਨੇ। ਕੰਪਨੀਆਂ ਦੇ ਆਪਣੇ ਮੁਨਾਫੇ, ਉਹਨਾਂ ਨੇ ਆਪਣੀਆਂ ਬੈਲੈਂਸ ਸ਼ੀਟਾਂ ਸਾਫ਼ ਕਰ ਲਈਆਂ, ਆਪਣੇ ਮੁਨਾਫੇ ਉਹਨਾਂ ਨੇ ਕਮਾ ਲਏ, ਸਟਾਕ ਮਾਰਕੀਟਾਂ ਰਿਕਾਰਡ ਉਚਾਈਆਂ ਤੇ ਪਹੁੰਚਾਤੀਆਂ, ਲੋਕਾਂ ਦੀਆਂ ਨੌਕਰੀਆਂ ਖਤਮ। ਠੀਕ। ਅੱਛਾ ਡਾਕਟਰ ਸਾਹਿਬ, ਜਿੱਦਾਂ ਅਸੀਂ ਇਹ ਸਾਰਾ ਪਰਪੇਖ, ਇਹ ਬੜਾ ਇੱਕ ਸਮਝਣ ਦੀ ਇਹਨੂੰ ਜ਼ਰੂਰਤ ਹੈ, ਔਰ ਜਿਹੜੇ ਹਿਸਾਬ ਨਾਲ ਤੁਸੀਂ ਇਹ ਗੱਲ ਦੱਸੀ ਹੈ ਉਹ ਵਾਕਈ ਅਗਰ ਆਮ ਬੰਦਾ ਵੀ ਇਹਨੂੰ ਸੁਣਦਾ ਨਾ ਤਾਂ ਉਹ ਇਹ ਸਟ੍ਰੈਟਜੀ ਸਮਝ ਜਾਂਦਾ ਹੈਗਾ। ਲੇਕਿਨ ਮਹਿੰਗਾਈ ਦਰ ਦੇ ਵਿੱਚ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਤੁਸੀਂ ਪੈਟਰੋਲ ਡੀਜ਼ਲ ਦੀ ਗੱਲ ਤਾਂ ਛੱਡੋ, ਜਿਹੜਾ ਸਰੋਂ ਦਾ ਤੇਲ ਹੈ ਉਹੀ 200 ਰੁਪਏ ਲੀਟਰ ਤੇ ਪਹੁੰਚ ਚੁੱਕਾ ਹੈ। ਆਖਿਰਕਾਰ ਜੇਕਰ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤਾਂ ਹਿੰਦੁਸਤਾਨ ਦਾ ਆਉਣ ਵਾਲਾ ਭਵਿੱਖ ਕੀ ਹੋਏਗਾ? ਕੀ ਮਹਿੰਗਾਈ ਜਿਹੜੀ ਹੈ ਉਹ ਕਿੱਥੇ ਤੱਕ ਪਹੁੰਚ ਜਾਏਗੀ ਤੇ ਆਮ ਲੋਕਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ? ਇਹਦੇ ਬਾਰੇ ਕੁਝ ਦੱਸਣਾ ਚਾਹੋਗੇ ਤੁਸੀਂ? ਮਹਿੰਗਾਈ ਜਿਹੜੀ ਹੈ ਹਜੇ ਵਧੇਗੀ ਜੀ, ਹੋਰ ਵੱਧ ਸਕਦੀ ਹੈ। ਦੇਖੋ, ਪੈਟਰੋਲ ਡੀਜ਼ਲ ਦੀ ਆਪਾਂ ਪਹਿਲਾਂ ਗੱਲ ਕਰ ਲਈ ਹੈ ਵੀ ਡੀਜ਼ਲ ਇੱਕ ਏਦਾਂ ਦੀ ਚੀਜ਼ ਹੈ ਜਿਹਦੇ ਨਾਲ ਚਾਰ ਚੁਫੇਰੇ ਉਹਦਾ ਅਸਰ ਪੈਂਦਾ। ਆਪਾਂ ਇਹਦੀ ਗੱਲ ਪਹਿਲਾਂ ਕਰ ਚੁੱਕੇ ਭਾਗ ਦੇ ਵਿੱਚ। ਹੁਣ ਦੂਜੀ ਗੱਲ ਜਿਹੜੀ ਹੈ, ਜਿਹੜਾ ਖਾਣ ਵਾਲਾ ਤੇਲ ਹੈ, ਇਹ ਜਿਹੜੇ ਐਡੀਬਲ ਆਇਲਸ ਹੈ ਜਾਂ ਜਿਹੜਾ ਖਾਣੇ ਵਾਲਾ ਤੇਲ ਹੈ, ਇਹਦੇ ਰੇਟ ਜਿਹੜੇ ਆ ਵੱਧ ਰਹੇ ਆ। ਇਹ ਇੰਟਰਨੈਸ਼ਨਲ ਮਾਰਕੀਟ ਦੇ ਵਿੱਚੋਂ ਇੰਪੋਰਟਡ ਆ ਰਿਹਾ। ਮੈਂ ਜਿਹੜੀ ਪਹਿਲਾਂ ਗੱਲ ਕੀਤੀ ਵੀ ਉੱਥੇ ਜਿਹੜਾ ਸਰਕਾਰਾਂ ਨੇ ਉਹਨਾਂ ਲੋਕਾਂ ਨੂੰ ਪੈਸਾ ਦਿੱਤਾ ਸੀ, ਉਹਦੇ ਨਾਲ ਲੋਕਾਂ ਦੀ ਇੱਕਦਮ ਡਿਮਾਂਡ ਹੋਈ ਹੈ। ਜਦੋਂ ਮਾਰਕੀਟਾਂ ਖੁੱਲੀਆਂ ਉੱਥੇ ਦੇ ਲੋਕਾਂ ਨੇ ਡਿਮਾਂਡ ਜ਼ਿਆਦਾ ਕਰਤੀ, ਜਦਕਿ ਸਪਲਾਈ ਉਹਦੀ ਪੂਰਤੀ ਜਿਹੜੀ ਹੋ ਰਹੀ ਹੈ ਉਹ ਘੱਟ ਹੋ ਰਹੀ ਹੈ। ਇਹਦੇ ਕਰਕੇ ਉੱਥੇ ਮਾਰਕੀਟ ਦੇ ਵਿੱਚ ਰੇਟ ਵਧਣਾ ਸ਼ੁਰੂ ਹੋ ਗਿਆ। ਜਦੋਂ ਉੱਥੇ ਰੇਟ ਵਧਿਆ, ਸਾਡੇ, ਕਿਉਂਕਿ ਅਸੀਂ ਤਾਂ ਇੰਪੋਰਟਰਸ ਹਾਂ, ਅਸੀਂ ਤੇਲ ਜਿਹੜਾ ਹੈ ਖਾਣੇ ਵਾਲਾ ਇੰਪੋਰਟ ਕਰਦੇ ਹਾਂ। ਸਾਡੇ ਆਇਲ ਸੀਡਸ ਦੀ ਪ੍ਰੋਡਕਸ਼ਨ ਘੱਟ ਹੈ। ਆ ਜਿਹੜੀ ਹੁਣ ਹੋਏਗੀ ਖਰੀਫ ਦੀ, ਜਦੋਂ ਆ ਜਿਹੜੀ ਹੁਣ ਖੇਤੀ ਹੋਣੀ ਹੈ, ਹੁਣ ਜੇ ਆਇਲ ਸੀਡਸ ਵੱਲ ਸਰਕਾਰ ਧਿਆਨ ਦੇਗੀ ਤਾਂ ਜਿਹੜੇ ਤੇਲ ਵਾਲੇ ਬੀਜ ਨੇ, ਜਿਹੜੇ ਇਹਨਾਂ ਦੀ ਪ੍ਰੋਡਕਸ਼ਨ ਹੋਏਗੀ, ਪੈਦਾਵਾਰ ਹੋਏਗੀ, ਤਾਂ ਨਵੰਬਰ, ਦਸੰਬਰ ਦੇ ਵਿੱਚ ਜਾ ਕੇ ਹੋ ਸਕਦਾ ਤੇਲ ਦੇ ਰੇਟ ਕਾਬੂ ਹੋ ਜਾਣ। ਨਹੀਂ ਤਾਂ ਉਦੋਂ ਤੱਕ ਤਾਂ ਮਹਿੰਗਾਈ ਦੇ ਵਿੱਚ ਕੋਈ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ ਜੀ। ਸੋ ਡਾਕਟਰ ਸਾਹਿਬ, ਅਸੀਂ ਗੱਲ ਉਸ ਤੇਲ ਦੀ ਵੀ ਕੀਤੀ ਜਿਹਦੇ ਨਾਲ ਗੱਡੀ ਚੱਲਦੀ ਹੈ, ਔਰ ਗੱਲ ਉਸ ਤੇਲ ਦੀ ਵੀ ਕੀਤੀ ਜਿਹਦੇ ਨਾਲ ਜ਼ਿੰਦਗੀ ਚੱਲਦੀ ਹੈ, ਕਿਉਂਕਿ ਖਾਣਾ ਜਿਹੜਾ ਉਹ ਉਹਨਾਂ ਤੇਲਾਂ ਦੇ ਨਾਲ ਹੀ ਬਣਦਾ ਹੈਗਾ। ਸੋ ਸਰਕਾਰ ਜਿਹੜੀ ਹੈ ਉਹ ਆਖਿਰਕਾਰ ਉਹਨੂੰ ਕੀ ਕਰਨਾ ਚਾਹੀਦਾ ਹੈ, ਔਰ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਜਿਹਦੇ ਨਾਲ ਕੋਈ ਤਾਲਮੇਲ ਬੈਠ ਸਕੇ ਤੇ ਸਾਡਾ ਭਵਿੱਖ ਥੋੜਾ ਸੁਖਾਲਾ ਹੋ ਸਕੇ? ਕੀ ਕਹਿਣਾ ਚਾਹੋਗੇ? ਪਹਿਲੀ ਚੀਜ਼ ਤਾਂ ਜੀ ਜਿਹੜੀ ਹੈ ਵੀ ਸਰਕਾਰਾਂ ਤੇਲ ਡੀਜ਼ਲ ਦੇ ਉੱਤੇ ਹੀ ਮਹਿੰਗਾਈ ਉੱਥੋਂ ਫੜੀ ਹੈ ਤਾਂ ਉੱਥੋਂ ਹੀ ਇਹਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕਰੇ, ਯਾਨੀ ਕਿ ਇਹਦੇ ਰੇਟ ਘਟਾਉਣ ਦੀ ਕੋਸ਼ਿਸ਼ ਕਰੇ, ਐਕਸਾਈਜ਼ ਡਿਊਟੀ ਘਟਾਉਣ ਦੀ ਕੋਸ਼ਿਸ਼ ਕਰੇ। ਮੈਂ ਦੱਸਿਆ ਤੁਹਾਨੂੰ ਵੀ ਇੱਕ ਰਿਪੋਰਟ ਆਈ ਸੀ, 8.5 ਤੋਂ 9 ਰੁਪਏ ਸਾਡੀਆਂ ਸਰਕਾਰਾਂ ਦੇ ਕੋਲ ਐਡਾ ਕੁਸ਼ਨ ਹੈ ਕਿ ਉਹ ਲੋਕਾਂ ਨੂੰ 8.5 ਤੋਂ 9 ਰੁਪਏ ਲੀਟਰ ਤੇਲ ਤੇ ਡੀਜ਼ਲ ਘਟਾ ਸਕਦੀਆਂ ਇਸੇ ਵੇਲੇ। ਪਹਿਲੀ ਚੀਜ਼। ਦੂਜੀ ਚੀਜ਼ ਜਿਹੜੀ ਹੈ, ਮੇਰਾ ਜਿਹੜਾ ਆਪਣਾ ਨਿੱਜੀ ਤੌਰ ਤੇ ਮੇਰੀ ਸੋਚ ਹੈ ਵੀ ਸਰਕਾਰ ਲੋਕਾਂ ਦੇ ਹੱਥਾਂ ਦੇ ਵਿੱਚ ਪੈਸਾ ਦੇਵੇ। ਜਿਹੜੇ ਲੋਕ ਸਮਰਥ ਨਹੀਂ ਹੈ ਉਹਨਾਂ ਨੂੰ, ਜਿੱਦਾਂ ਕਈ ਪਾਰਟੀਆਂ ਨੇ ਗੱਲ ਵੀ ਕੀਤੀ ਹੈ, ਕਈ ਬੁੱਧੀਜੀਵੀ ਅਰਥਸ਼ਾਸਤਰੀਆਂ ਨੇ ਵੀ ਇਹ ਗੱਲ ਕੀਤੀ ਹੈ ਵੀ ਸਰਕਾਰ ਲੋਕਾਂ ਦੇ ਹੱਥਾਂ 'ਚ ਸਿੱਧਾ ਪੈਸਾ ਰੱਖੇ। 5,000 ਤੋਂ 7-8 ਹਜ਼ਾਰ ਰੁਪਈਆ ਜਿਹੜਾ ਹੈ ਘੱਟੋ ਘੱਟ 6 ਮਹੀਨੇ ਇੰਨਾ ਪੈਸਾ ਲੋਕਾਂ ਦੇ ਹੱਥਾਂ ਦੇ ਵਿੱਚ ਧਰੇ, ਤਾਂ ਕਿ ਡਿਮਾਂਡ ਜਿਹੜੀ ਹੈ ਉਹ ਘੁੰਮੇ। ਜਿਹੜਾ ਮੰਗ ਦਾ ਚੱਕਰ ਹੈ ਉਹ ਘੁੰਮਣਾ ਸ਼ੁਰੂ ਹੋਵੇ, ਮੰਗ ਨਿਕਲੇ, ਪਿੱਛੇ ਪੈਦਾਵਾਰ ਹੋਵੇ, ਨੌਕਰੀਆਂ ਨਿਕਲਣ, ਫਿਰ ਪੈਸੇ ਲੋਕਾਂ ਨੂੰ ਮਿਲਣ, ਔਰ ਫਿਰ ਦੁਬਾਰਾ ਹੋਰ ਮੰਗ ਹੋਵੇ। ਉਹ ਜਿਹੜਾ ਮੰਗ ਦਾ ਸਰਕਲ ਹੈ, ਉਹ ਸਾਈਕਲ ਜਿਹੜਾ ਹੈ ਉਹ ਚਲਾਉਣ ਦੀ ਬਹੁਤ ਲੋੜ ਹੈ, ਉਸ ਚੱਕਰ ਨੂੰ ਚਲਾਉਣ ਦੀ ਲੋੜ ਹੈ। ਤੀਜੀ ਚੀਜ਼ ਜਿਹੜੀ ਹੈ, ਮੈਨੂੰ ਲੱਗਦਾ ਵੀ ਜਿਹੜੇ
ਬਿਜ਼ਨਸਮੈਨ ਹੈ, ਛੋਟਾ ਜਿਹੜਾ ਵਪਾਰੀ ਹੈ, ਉਹਦੇ ਨਾਲ ਵੀ ਬੜਾ ਧੱਕਾ ਹੋਇਆ। ਇੱਕ ਏਦਾਂ ਦਾ ਮਾਹੌਲ ਬਣ ਗਿਆ ਸਾਡੇ ਕੰਟਰੀ ਦੇ ਵਿੱਚ ਇਸ ਵੇਲੇ, ਹਰ ਪਾਸੇ ਜਿੱਥੇ ਨਿਰਾਸ਼ਾ ਹੀ ਨਿਰਾਸ਼ਾ ਨਜ਼ਰ ਆ ਰਹੀ ਹੈ, ਹਨੇਰਾ ਹੀ ਹਨੇਰਾ ਨਜ਼ਰ ਆਉਂਦਾ। ਤੁਸੀਂ ਜਿਹਨੂੰ ਮਰਜ਼ੀ ਪੁੱਛ ਕੇ ਦੇਖੋ, ਕੋਈ ਤੁਹਾਨੂੰ ਹੱਸ ਕੇ ਇਹ ਗੱਲ ਦਾ ਜਵਾਬ ਨਹੀਂ ਦੇਗਾ ਕਿ ਮੈਂ ਪੈਸਾ ਜਿਹੜਾ ਹੈ ਬੜਾ ਖੁਸ਼ ਹੋ ਕੇ ਮੈਂ ਖਰਚ ਰਿਹਾ। ਉਹ ਸਾਡੇ ਜਿਹੜੇ ਖਰਚੇ ਵੀ ਨੇ, ਉਹ ਜਾਂ ਤਾਂ ਜਿਹੜੇ ਸਟੱਡੀਜ਼ ਹੈ, ਉਹ ਇਹ ਕਹਿੰਦੀਆਂ ਵੀ ਸਾਡਾ ਖਰਚਾ ਜਿਹੜਾ ਜਾਂ ਤਾਂ ਹੈਲਥ ਵੱਲ ਜਾ ਰਿਹਾ ਜ਼ਿਆਦਾ ਖਰਚਾ, ਜਾਂ ਐਸੈਂਸ਼ੀਅਲ ਆਈਟਮਸ ਦੇ ਵੱਲ ਜਾ ਰਿਹਾ। ਹੈਲਥ ਦੇ ਵਿੱਚ ਜਿਹੜਾ ਬੰਦਾ ਪਹਿਲਾਂ 5 ਰੁਪਏ ਲਾਉਂਦਾ ਸੀ, ਅੱਜ 11 ਰੁਪਏ ਖਰਚਣਾ ਸ਼ੁਰੂ ਹੋ ਗਿਆ। ਸਰਕਾਰਾਂ ਜਿਹੜੀਆਂ ਨੇ ਨਾ, ਇਸ ਚੀਜ਼ ਵੱਲ ਨੂੰ ਵੀ ਥੋੜਾ ਜਿਹਾ ਦੇਖਣ। ਇਹ ਜਿਹੜਾ ਨਿਰਾਸ਼ਾ ਦਾ ਮਾਹੌਲ ਬਣ ਗਿਆ, ਹਰ ਪਾਸੇ ਪੈਸਿਮਿਜ਼ਮ ਜਿਹਾ ਆ ਚੁੱਕਾ ਹੈ, ਇਹਨੂੰ ਬ੍ਰੇਕ ਕਰਨ ਦੀ ਲੋੜ ਹੈ, ਇਹਨੂੰ ਤੋੜਨ ਦੀ ਲੋੜ ਹੈ। ਜਿਹੜੇ ਛੋਟੇ ਵਪਾਰੀ ਨੇ, ਜਿਹੜੇ ਛੋਟੇ ਕੰਮਕਾਜੀ ਬੰਦੇ ਨੇ, ਕਾਰੀਗਰ ਨੇ, ਜਿਹੜੇ ਲੋਕ ਸਰਕਾਰ ਦੇ ਕੋਲ ਪਹੁੰਚਦੇ ਆ, ਇਹ ਕਹਿੰਦੇ ਨੇ ਵੀ ਸਾਡਾ ਟੈਕਸ ਮਾਫ ਕੀਤਾ ਜਾਏ ਜਾਂ ਸਾਨੂੰ ਜਿਹੜਾ ਮੋਰੇਟੋਰੀਅਮ ਦਿੱਤਾ ਜਾਵੇ, ਲੋਨ ਜਿਹੜਾ ਮੁਲਤਵੀ ਕੀਤਾ ਜਾਵੇ ਥੋੜੇ ਚਿਰ ਦੇ ਲਈ, ਜਿਨ੍ਹਾਂ ਨੇ ਕਰਜ਼ੇ ਲਿੱਤੇ ਹੋਏ, ਤਾਂ ਸਰਕਾਰ ਕੇਸ ਟੂ ਕੇਸ ਉਹਨਾਂ ਦਾ ਸਟੱਡੀ ਕਰੇ। ਬਲੈਂਕਟ ਵੀ ਦੇਣ ਦੀ ਲੋੜ ਨਹੀਂ ਹੈਗੀ। ਪਿਛਲੀ ਵਾਰੀ ਬਲੈਂਕਟ ਹੀ ਸਰਕਾਰ ਨੇ ਦੇ ਦਿੱਤਾ ਸੀਗਾ, ਉਹਦੇ ਚ ਵੀ ਧੱਕਾ ਬਹੁਤ ਹੋਇਆ। ਤਾਂ ਕੇਸ ਟੂ ਕੇਸ ਸਟੱਡੀ ਕਰਨ। ਤਾਂ ਮੈਨੂੰ ਲੱਗਦਾ ਵੀ ਜੇ ਇਦਾਂ ਦੀਆਂ ਛੋਟੀਆਂ ਚੀਜ਼ਾਂ ਜੇ ਸਰਕਾਰ ਕਰੇ, ਤਾਂ ਸ਼ਾਇਦ ਸਾਡਾ ਕੰਮ ਜਿਹੜਾ ਹੈ ਨਾ, ਜਿੰਨੇ ਟਾਈਮ ਦੇ ਵਿੱਚ ਰਿਕਵਰੀ ਆਉਣੀ ਉਸ ਤੋਂ ਪਹਿਲਾਂ ਆ ਜਾਵੇ। ਹਜੇ ਤਾਂ ਰਿਕਵਰੀ ਦਾ ਹਾਲਾਤ ਜਿਹੜੇ ਆ, ਸਾਨੂੰ 2022-23 ਤੋਂ ਪਹਿਲਾਂ ਰਿਕਵਰੀ ਨਹੀਂ ਨਜ਼ਰ ਆ ਰਹੀ। ਜੇ ਇਸ ਸਾਲ ਵੀ ਗਰੋਥ 7% ਦੀ ਰਹਿੰਦੀ, 8% ਦੇ ਜਿਹੜੇ ਐਸਟੀਮੇਟਸ ਆ ਰਹੇ, ਪਿਛਲੇ ਸਾਲ -7-8 ਸੀ, ਐਤਕੀ 8 ਹੋ ਗਏ, ਤਾਂ ਅਸੀਂ ਤਾਂ 0 ਤੇ ਪਹੁੰਚੇ। ਪਿਛਲਾ ਸਾਲ ਸਾਰਾ -7.3% ਦੀ 8% ਅਸੀਂ ਲੈ ਵੀ ਲਈ ਗਰੋਥ, ਤਾਂ ਅਸੀਂ ਪਹੁੰਚੇ ਕਿੱਥੇ? ਅਸੀਂ ਤਾਂ ਉਸ ਸਟੇਟਸ ਤੇ ਪਹੁੰਚੇ ਜੋ ਸਾਡੇ ਕੋਲ 2019 ਦੇ ਵਿੱਚ ਸੀ। ਤਾਂ ਮੈਂ ਜਿਹੜੀ ਗੱਲ ਕਰ ਰਿਹਾ, 2023 ਤੋਂ ਪਹਿਲਾਂ ਸਾਡੇ ਕੋਲ ਗਰੋਥ ਜੇ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ, ਤਾਂ ਸਾਨੂੰ ਉਹਦੇ ਲਈ ਐਫਰਟਸ ਵੀ ਉਸ ਤਰੀਕੇ ਨਾਲ ਕਰਨੀਆਂ ਚਾਹੀਦੀਆਂ। ਸੋ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਸਾਡੀ ਇਸ ਵਾਰਤਾਲਾਪ ਦੇ ਨਾਲ ਸਾਡੇ ਜਿਹੜੇ ਦਰਸ਼ਕ ਨੇ, ਉਹਨਾਂ ਨੂੰ ਜ਼ਰੂਰ ਬਹੁਤ ਭਰਪੂਰ ਜਾਣਕਾਰੀ ਮਿਲੀ ਹੋਏਗੀ। ਔਰ ਅਸੀਂ ਇੱਥੇ ਗੁਜ਼ਾਰਿਸ਼ ਵੀ ਕਰਾਂਗੇ ਸਰਕਾਰ ਨੂੰ ਕਿ ਸਰਕਾਰ ਨਿਰਾਸ਼ਾ ਨੂੰ ਤੋੜੇ, ਨਾ ਕਿ ਨਿਰਾਸ਼ ਹੋਏ ਬੰਦੇ ਨੂੰ ਤੋੜੇ, ਕਿਉਂਕਿ ਉਹ ਤਾਂ ਪਹਿਲਾਂ ਹੀ ਇੱਕ ਕਰੋਨਾ ਮਹਾਮਾਰੀ ਦੇ ਨਾਲ ਜਿਹੜਾ ਬੰਦਾ ਉਹ ਅੱਜ ਕੱਲ੍ਹ ਦਾ ਟੁੱਟ ਚੁੱਕਾ ਹੈ। ਔਰ ਉਤੋਂ ਮਹਿੰਗਾਈ ਦੀ ਮਾਰ ਦੇ ਨਾਲ ਕਿਤੇ ਉਹ ਬਿਲਕੁਲ ਹੀ ਹਾਲਾਤ ਬਦ ਤੋਂ ਬੱਤਰ ਨਾ ਹੋ ਜਾਣ। ਸੋ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਿਸਥਾਰਪੂਰਵਕ ਸਾਨੂੰ ਇਹਨਾਂ ਗੱਲਾਂ ਦੇ ਬਾਰੇ ਜਾਣਕਾਰੀ ਦਿੱਤੀ। ਆਰਥਿਕਤਾ ਦਾ ਪਹੀਆ ਜਿਹੜਾ ਹੈ, ਇਹ ਕਿਸ ਤਰ੍ਹਾਂ ਦੇ ਨਾਲ ਸੁਧਰ ਸਕਦਾ ਹੈ, ਕਿਸ ਤਰ੍ਹਾਂ ਦੇ ਨਾਲ ਅੱਗੇ ਵੱਧ ਸਕਦਾ ਹੈ। ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਇਹ ਪਸੰਦ ਆਇਆ ਹੋਵੇਗਾ। ਤੁਸੀਂ ਸਾਡੇ ਸਟੂਡੀਓ ਦੇ ਵਿੱਚ ਸ਼ਾਮਲ ਹੋਏ ਸਕਾਈਪ ਦੇ ਜ਼ਰੀਏ, ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਔਰ ਉਮੀਦ ਕਰਦੇ ਹਾਂ ਕਿ ਅੱਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਸਾਡਾ ਮਾਰਗਦਰਸ਼ਨ ਇਸੇ ਤਰ੍ਹਾਂ ਕਰਦੇ ਰਹੋਗੇ। ਮਿਹਰਬਾਨੀ ਜੀ, ਮਿਹਰਬਾਨੀ ਜੀ, ਬਹੁਤ-ਬਹੁਤ ਧੰਨਵਾਦ। ਸੋ ਦੋਸਤੋ, ਪ੍ਰੋਗਰਾਮ ਪੰਜਾਬ ਚਰਚਾ 'ਚ ਅਸੀਂ ਇਹੋ ਜਿਹੇ ਹੋਰ ਬਹੁਤ ਸਾਰੇ ਮਹੱਤਵਪੂਰਨ ਵਿਸ਼ੇ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੁੰਦੇ ਰਵਾਂਗੇ। ਤੁਸੀਂ ਸਾਡੇ ਨਾਲ ਆਪਣਾ ਸਾਥ ਇਸੇ ਤਰ੍ਹਾਂ ਹੀ ਬਣਾਏ ਰੱਖਣਾ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਮਲਪ੍ਰੀਤ ਚਾਹੇਗਾ ਤੁਹਾਡੇ ਤੋਂ ਇਜਾਜ਼ਤ। ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ, ਤਦ ਤੱਕ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA।